ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਜੀਕੇ ਅਕੈਡਮੀ ਪੰਜਾਬ ਦੇ ਵਿੱਚ। ਦੋਸਤੋ ਸਭ ਤੋਂ ਪਹਿਲਾਂ ਤਾਂ ਜਿਹੜੇ ਵੀ ਕੈਂਡੀਡੇਟਸ ਨੇ PSSB ਕਲਰਕ ਦਾ ਟਾਈਪਿੰਗ ਟੈਸਟ ਪਹਿਲਾਂ ਰਿਟਨ ਟੈਸਟ ਕੁਆਲੀਫਾਈ ਕੀਤਾ ਸੀ, ਟਾਈਪਿੰਗ ਟੈਸਟ ਕੁਆਲੀਫਾਈ ਕੀਤਾ ਸੀ ਤੇ ਕਾਉਂਸਲਿੰਗ ਅਟੈਂਡ ਕੀਤੀ ਸੀ, ਉਹ ਸਾਰੇ ਹੀ ਕੈਂਡੀਡੇਟ ਨੂੰ ਬਹੁਤ-ਬਹੁਤ ਮੁਬਾਰਕਾਂ, ਕਿਉਂਕਿ PSSB ਨੇ ਆਪਣਾ ਜੋ ਕਿ ਟਾਈਪਿੰਗ ਦਾ ਜੋ ਕਿ ਰਿਜ਼ਲਟ ਆਇਆ ਸੀ ਉਸ ਤੋਂ ਬਾਅਦ ਕਾਉਂਸਲਿੰਗ ਹੋਈ ਸੀ। ਇਸ ਤੋਂ ਬਾਅਦ ਉਹਨਾਂ ਨੇ ਜਿੰਨਾ ਵੀ ਕੈਂਡੀਡੇਟਸ ਨੇ ਕਾਉਂਸਲਿੰਗ ਅਟੈਂਡ ਕੀਤੀ ਸੀ ਉਹਨਾਂ ਸਾਰਿਆਂ ਲਈ ਹੀ ਇੱਕ ਪ੍ਰੈਫਰੈਂਸ ਦਾ ਪੋਰਟਲ ਓਪਨ ਹੋ ਗਿਆ ਹੋਇਆ, ਠੀਕ ਹੈ ਜੀ। ਸੋ ਇੱਕ ਇਹ ਨੋਟਿਸ ਆਪਾਂ ਤੁਹਾਨੂੰ ਪੜ੍ਹਾ ਦਿੰਦੇ ਹਾਂ ਤੇ ਨਾਲ ਤੁਹਾਡੇ ਜਿਹੜੇ ਵੀ ਡਾਊਟ ਆ ਰਹੇ ਸੀ, ਕਿਉਂਕਿ ਵੈਸੇ ਤਾਂ ਮੈਂ ਤੁਹਾਨੂੰ ਮੈਸੇਜ ਕਰਕੇ ਦੱਸਦਾ ਸੀਗਾ ਆਪਣਾ ਉਹਦੇ ਉੱਤੇ ਮੈਸੇਜ ਪਾ ਕੇ ਟੈਲੀਗ੍ਰਾਮ ਦੇ ਉੱਤੇ, ਪਰ ਫਿਰ ਵੀ ਕੁਝ ਕੈਂਡੀਡੇਟਸ ਦੇ ਅਜੇ ਵੀ ਮੈਸੇਜ ਆ ਰਹੇ ਨੇ, ਕੁਝ ਡਾਊਟਸ ਜੋ ਕਿ ਉਹਨਾਂ ਦੇ ਹੈਗੇ ਨੇ, ਉਹ ਸਾਰੇ ਡਾਊਟ ਆਪਾਂ ਕਲੀਅਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਦੇਖੋ ਜੀ, ਸਭ ਤੋਂ ਪਹਿਲਾਂ ਜਨਤਕ ਨੋਟਿਸ, ਜਿਹੜਾ ਇਹ ਨੋਟਿਸ ਆਇਆ ਸੀ 2 ਦਿਨ ਪਹਿਲਾਂ ਕਿ 17, 18, 19 ਦੀ ਜਿਹੜੀਆਂ ਕਲਰਕ ਦੀਆਂ ਭਰਤੀਆਂ ਸੀ, 12 ਸਤੰਬਰ ਤੋਂ ਲੈ ਕੇ 16 ਸਤੰਬਰ ਤੱਕ ਤੁਹਾਡਾ ਪ੍ਰੈਫਰੈਂਸ ਮੰਗੀ ਜਾ ਰਹੀ ਆ, ਜਿਹੜਾ ਪ੍ਰੈਫਰੈਂਸ ਦਾ ਲਿੰਕ ਓਪਨ ਹੋ ਚੁੱਕਿਆ ਵਾ। ਹੁਣ ਜੀ ਪ੍ਰੈਫਰੈਂਸ ਲਈ ਤੁਸੀਂ ਕੀ ਕਰਨਾ, ਯੂਜ਼ਰ ਨੇਮ, ਆਪਦਾ ਯੂਜ਼ਰ ਨੇਮ ਤੁਹਾਡਾ ਕੀ ਆ, ਜਿਹੜਾ ਤੁਹਾਡਾ ਐਪਲੀਕੇਸ਼ਨ ਨੰਬਰ ਆ ਉਹ ਤੁਹਾਡਾ ਯੂਜ਼ਰ ਨੇਮ ਆ, ਜਿਹੜਾ ਪਾਸਵਰਡ ਆ, ਪਾਸਵਰਡ ਤੁਹਾਡੀ ਹੈਗੀ ਆ ਜੀ ਡੇਟ ਆਫ ਬਰਥ, ਬਸ ਠੀਕ ਹੈ ਜੀ। ਐਪਲੀਕੇਸ਼ਨ ਨੰਬਰ ਹੁੰਦਾ ਜਿਹੜਾ PSSBH ਕਰਕੇ ਲਿਖਿਆ ਹੋਇਆ ਵਾ ਨਾ, ਉਹ ਹੈਗਾ ਤੁਹਾਡਾ ਐਪਲੀਕੇਸ਼ਨ ਨੰਬਰ। ਤੁਸੀਂ ਕੋਈ ਵੀ ਰਿਜ਼ਲਟ ਚੈੱਕ ਕਰ ਲਓ, ਉਹਦੇ ਵਿੱਚ ਤੁਹਾਡਾ ਐਪਲੀਕੇਸ਼ਨ ਨੰਬਰ ਨਾਲ ਰੋਲ ਨੰਬਰ ਲਿਖਿਆ ਹੁੰਦਾ। ਸੋ ਤੁਸੀਂ ਐਪਲੀਕੇਸ਼ਨ ਨੰਬਰ ਤੇ ਪਾਸਵਰਡ ਤੁਹਾਡੀ ਡੇਟ ਆਫ ਬਰਥ ਬਿਨਾਂ ਸਪੇਸ ਕੀਤੇ ਤੁਸੀਂ ਆਪਦੀ ਭਰਨੀ ਆ। ਹੁਣ ਅੱਗੇ ਆਏ ਆ ਜੀ, ਜਿਹੜੇ ਯੋਗ ਉਮੀਦਵਾਰ ਵਿਭਾਗ ਦੀ ਆਨਲਾਈਨ ਪ੍ਰੈਫਰੈਂਸ ਨਹੀਂ ਭਰਨਗੇ, ਜੇਕਰ ਹੁਣ ਇਹ ਬਹੁਤ ਸਵਾਲ ਆ ਰਿਹਾ ਕੁਝ ਕੈਂਡੀਡੇਟਸ ਦਾ ਕਿ ਜੇਕਰ ਅਸੀਂ ਨਹੀਂ ਭਰਦੇ, ਮੰਨ ਲਓ ਪ੍ਰੈਫਰੈਂਸ ਭਰਦੇ ਨਹੀਂ, ਤਾਂ ਉਹਨਾਂ ਦੀ ਵਿਭਾਗਾਂ ਦੀ ਤਰਤੀਬ ਜਿਵੇਂ ਉਹਨਾਂ ਨੇ ਦਿੱਤੀ ਹੋਈ ਆ, ਠੀਕ ਹੈ, 1 2 3 4 5 6 7 8 9 10 ਉਵੇਂ ਦੀ ਉਵੇਂ ਸੇਮ ਆਪਣੇ ਆਪ ਫਿਲ ਹੋ ਜਾਏਗੀ। ਸੋ ਉਹਦੇ ਵਿੱਚ ਉਹਨਾਂ ਨੂੰ 16 ਤਰੀਕ ਤੋਂ ਬਾਅਦ ਕੋਈ ਵੀ ਮੌਕਾ ਨਹੀਂ ਦਿੱਤਾ ਜਾਏਗਾ। ਤਾਂ ਹੁਣ ਉਹ ਕਹਿੰਦੇ ਨੇ ਜੀ, ਅੱਗੇ ਉਹਨਾਂ ਨੇ ਪੁੱਛਿਆ ਕੁਝ ਵਿਭਾਗਾਂ ਦੀ ਪ੍ਰੈਫਰੈਂਸ, ਜਿਵੇਂ ਮੰਨ ਲਓ ਕਿ 65 ਡਿਪਾਰਟਮੈਂਟ ਨੇ ਟੋਟਲ ਕਲਰਕ 2021 17 ਨੰਬਰ ਐਡਵਰਟਾਈਜ਼ਮੈਂਟ 'ਚ, ਤੇ ਉਹਦੇ ਵਿੱਚ ਤੁਸੀਂ ਪਹਿਲੇ 10 ਭਰਤੇ ਤੇ ਅਗਲੇ ਆਪਣੇ ਆਪ ਆਟੋਮੈਟਿਕਲੀ ਸਿਲੈਕਟ ਹੋ ਜਾਣਗੇ ਜਿਹੜੇ ਕਿ ਤਰਤੀਬ ਦੇ ਵਿੱਚ ਦਿੱਤੇ ਹੋਏ ਨੇ, ਠੀਕ ਹੈ। ਤਾਂ ਜੀ ਨੈਕਸਟ ਆਪਣਾ ਹੋ ਗਿਆ ਜੀ, ਇਹ ਸਾਰਾ ਕੁਝ 16 ਤਰੀਕ ਤੱਕ ਤੁਸੀਂ ਆਪਦੀ ਪ੍ਰੈਫਰੈਂਸ 'ਚ ਤਬਦੀਲੀ ਕਰ ਸਕਦੇ ਹੋ। ਮੰਨ ਲਓ ਤੁਸੀਂ 12 ਤਰੀਕ ਨੂੰ, ਤੁਸੀਂ ਆਪਦੀ 13 ਤਰੀਕ ਨੂੰ ਕੋਈ ਵੀ ਭਰਿਆ ਤੇ ਉਸ ਤੋਂ ਬਾਅਦ ਤੁਹਾਨੂੰ ਲੱਗਿਆ ਕਿ ਹਾਂਜੀ ਇਹ ਮੇਰੇ ਤੋਂ ਸਹੀ ਨਹੀਂ ਭਰਿਆ ਗਿਆ ਜਾਂ ਮੇਰੀ ਪ੍ਰੈਫਰੈਂਸ ਥੋੜੀ ਜਿਹੀ ਗਲਤ ਹੋ ਗਈ ਹੋਈ ਆ, ਤਾਂ ਤੁਸੀਂ ਉਹਨੂੰ ਚੇਂਜਸ ਕਰ ਸਕਦੇ ਹੋ ਸਿਰਫ 16 ਤਰੀਕ ਤੱਕ। ਪ੍ਰੈਫਰੈਂਸ ਦੇਣ ਲਈ ਉਹਨਾਂ ਉਮੀਦਵਾਰਾਂ ਨੂੰ ਹੀ ਪ੍ਰਵਾਨਗੀ ਦਿੱਤੀ ਗਈ ਹੈ ਜੋ ਕਿ ਟਾਈਪਿੰਗ ਟੈਸਟ ਵਿੱਚ ਕੁਆਲੀਫਾਈ ਸੀ। ਜਿੰਨੇ ਵੀ ਕੈਂਡੀਡੇਟ ਟਾਈਪਿੰਗ ਟੈਸਟ ਲਈ ਕੁਆਲੀਫਾਈ ਸੀ ਤੇ ਜਿਨ੍ਹਾਂ ਨੇ ਕਾਉਂਸਲਿੰਗ ਵੀ ਅਟੈਂਡ ਕੀਤੀ ਸੀ, ਸਿਰਫ ਉਹਨਾਂ ਨੂੰ ਮੌਕਾ ਦਿੱਤਾ ਗਿਆ ਵਾ। ਹੁਣ ਆਪਾਂ ਉਹ ਵਾਲਾ ਨੋਟਿਸ ਪੜ੍ਹ ਲੈਂਦੇ ਇੱਕ ਵਾਰੀ, ਜਿਹੜਾ ਕਿ ਹੁਣ ਮੇਨ ਨੋਟਿਸ ਆਇਆ ਵਾ ਜਿਹਦੇ ਜ਼ਿਆਦਾਤਰ ਡਾਊਟ ਆ ਰਹੇ ਨੇ। ਸਭ ਤੋਂ ਪਹਿਲਾਂ ਤਾਂ ਜੀ ਪ੍ਰੈਫਰੈਂਸ ਵਾਈਜ਼ ਆ ਕਲਰਕ IT ਦੇ 3 ਡਿਪਾਰਟਮੈਂਟ ਦੇ ਵਿੱਚ ਪੋਸਟਾਂ ਨੇ, 11 ਇਹਨਾਂ ਨੇ ਕੋਡ ਦਿੱਤੇ ਹੋਏ ਨੇ। ਆ ਹੈਗੀਆਂ ਨੇ ਅਕਾਊਂਟ ਕਲਰਕ ਦੀਆਂ, ਤੁਸੀਂ ਦੇਖ ਸਕਦੇ ਹੋ ਆਪਦੇ ਅਕੋਰਡਿੰਗ ਤੁਸੀਂ ਭਰਨੀਆਂ ਹੈ। ਆ ਆ ਗਈ ਜੀ ਡਿਪਾਰਟਮੈਂਟ ਲਿਸਟ ਜਿਹੜੀ 17 ਨੰਬਰ ਦੀ, ਇਹਦੀ ਆਹ ਡਿਪਾਰਟਮੈਂਟ ਲਿਸਟ ਆ। ਮੰਨ ਲਓ ਕਿ ਤੁਸੀਂ 1 ਨੰਬਰ ਤੇ ਇਹਨੂੰ ਭਰਤਾ, ਠੀਕ ਆ, 2 ਨੰਬਰ ਦੇ ਉੱਤੇ ਤੁਸੀਂ ਇਹਨੂੰ ਭਰਤਾ। ਜੇਕਰ ਤੁਸੀਂ ਅਗਲੇ ਡਿਪਾਰਟਮੈਂਟ ਨਹੀਂ ਭਰੋਗੇ ਤਾਂ ਆਪਣੇ ਆਪ ਸ਼ੁਰੂ ਤੋਂ ਆ 3 ਨੰਬਰ ਤੇ ਚਲਾ ਜਾਊਗਾ, 4 ਤੇ 5 ਤੇ 6 ਤੇ 7 ਤੇ ਉਸ ਤੋਂ ਬਾਅਦ ਤੁਹਾਡਾ ਜਿਹੜੇ ਰਹਿ ਜਾਣਗੇ, ਜਿਹੜੇ ਪਿੱਛੇ ਰਹਿ ਜਾਣਗੇ, ਉਹ ਤਰਤੀਬ ਵਾਈਜ਼ ਜਿਵੇਂ ਵੀ ਇਹਨਾਂ ਦੇ ਨੰਬਰਿੰਗ ਕੀਤੀ ਹੋਈ ਆ ਉਹ ਆਪਣੇ ਆਪ ਫਿਲ ਹੋ ਜਾਣਗੇ। ਵੈਸੇ ਮੇਰੇ ਅਕੋਰਡਿੰਗ ਤੁਸੀਂ ਕੋਸ਼ਿਸ਼ ਕਰਿਓ ਕਿ ਖੁਦ ਡਿਪਾਰਟਮੈਂਟ ਦੀ ਪ੍ਰੈਫਰੈਂਸ ਕਰਿਓ। ਤਾਂ ਜੀ ਅੱਗੇ ਜੇਕਰ ਆਪਾਂ ਗੱਲ ਕਰੀਏ, ਹੁਣ ਬਹੁਤ ਸਾਰੇ ਕੈਂਡੀਡੇਟ ਦੇ ਇਹ ਮੈਸੇਜ ਆ ਰਹੇ ਨੇ ਕਿ ਕਿਹੜਾ ਡਿਪਾਰਟਮੈਂਟ ਅਸੀਂ ਚੂਜ਼ ਕਰੀਏ। ਦੇਖੋ ਜੀ, ਪਹਿਲੀ ਗੱਲ ਤਾਂ ਇਸ ਟਾਈਮ ਦੇ ਉੱਤੇ ਕਿਸੇ ਨੂੰ ਕੁਛ ਨਹੀਂ ਪਤਾ ਕਿ ਆਹ ਵਾਲੇ ਜਿਹੜੇ ਡਿਪਾਰਟਮੈਂਟ ਨੇ ਇਹਨਾਂ ਦੇ ਵਿੱਚ ਮੰਨ ਲਓ ਕਿ ਕਿੱਥੇ ਤੁਹਾਡੀ ਇਹ ਹੋਵੇਗੀ ਪੋਸਟਿੰਗ, ਕਿੱਥੇ ਮਿਲੇਗੀ ਤੁਹਾਨੂੰ, ਕਿਹੜੇ ਜ਼ਿਲ੍ਹੇ ਦੇ ਵਿੱਚ, ਕਿਉਂਕਿ ਜ਼ਿਲ੍ਹੇ ਦੇ ਵਿੱਚ ਇਹਦੇ ਵਿੱਚ ਕੁਛ ਨਹੀਂ ਦਿੱਤਾ ਹੋਇਆ। ਇਹਦੇ ਵਿੱਚ ਬਸ ਇਸ ਤਰ੍ਹਾਂ ਵਾ ਕਿ ਜਿਹਦੇ ਵਿੱਚ ਖੇਤਰੀ ਦਫ਼ਤਰ ਤੇ ਮੁੱਖ ਦਫ਼ਤਰ ਲਿਖਿਆ। ਹੁਣ ਇਹ 'ਚ ਇਹਦੀ ਆਪਾਂ ਐਗਜ਼ਾਮਪਲ ਲੈ ਲੈਂਦੇ ਹਾਂ। ਇੱਕ ਐਗਜ਼ਾਮਪਲ ਲਵਾਂਗੇ, ਜਿਵੇਂ ਡਾਇਰੈਕਟਰ ਉਦਯੋਗ ਐਂਡ ਕਮਰਸ ਡਿਪਾਰਟਮੈਂਟ, ਮਤਲਬ ਕਿ ਇੰਡਸਟਰੀ ਐਂਡ ਕਮਰਸ ਡਿਪਾਰਟਮੈਂਟ, ਆ ਚੰਡੀਗੜ੍ਹ ਦੇ ਵਿੱਚ ਤੁਹਾਨੂੰ ਇਹਦੇ ਮੁੱਖ ਦਫ਼ਤਰ ਦੇ ਵਿੱਚ ਪੋਸਟਾਂ ਨੇ, ਆ 19 ਨੰਬਰ ਕਾਲਮ ਦੀਆਂ। ਆ ਖੇਤਰੀ ਦਫ਼ਤਰ ਹੁੰਦੇ ਨੇ, ਜਿੱਦਾਂ ਕਿ ਇੰਡਸਟਰੀ ਐਂਡ ਕਮਰਸ ਡਿਪਾਰਟਮੈਂਟ, ਇਹ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਹੋਣਗੇ, ਪਰ ਇਹਦੇ ਵਿੱਚ ਵੀ ਤੁਹਾਨੂੰ ਪੂਰੀ ਕਨਫਰਮ ਨਹੀਂ ਹੋਊਗਾ ਕਿ ਮੰਨ ਲਓ ਤੁਹਾਡਾ ਅੰਮ੍ਰਿਤਸਰ ਡਿਸਟ੍ਰਿਕਟ ਆ, ਠੀਕ ਆ, ਤਾਂ ਇਹ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਇਹਦੀ ਜੇਕਰ ਪੋਸਟ ਖਾਲੀ ਹੋਏਗੀ ਤਾਂ ਹੀ ਮਿਲੇਗੀ। ਉਹ ਵੀ ਤਾਂ ਮਿਲੇਗੀ ਜੇਕਰ ਇਹਨਾਂ ਨੇ ਸਹੀ ਤਰੀਕੇ ਦੇ ਨਾਲ ਮਤਲਬ ਉਹ ਕੀਤਾ ਹੋਇਆ ਕਿ ਜਿਹੜੇ ਕੈਂਡੀਡੇਟ ਦੇ ਰੈਂਕ ਵਾਈਜ਼ ਹੀ ਤੁਹਾਨੂੰ ਇਹ ਸੀਟ ਮਿਲੇਗੀ। ਤਾਂ ਇਹ ਸਭ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਕਿਹੜਾ ਡਿਪਾਰਟਮੈਂਟ ਚੂਜ਼ ਕਰਨਾ ਚਾਹੁੰਦੇ ਹੋ। ਇਸ ਟਾਈਮ ਦੇ ਉੱਤੇ ਜੌਬ ਮਿਲਣਾ ਹੀ ਬਹੁਤ ਵੱਡੀ ਗੱਲ ਆ, ਕਿਉਂਕਿ ਜਿਹੜੇ ਹਿਸਾਬ ਦੇ ਨਾਲ ਆਪਣੀ ਬੇਰੁਜ਼ਗਾਰੀ ਵਧੀ ਹੋਈ ਆ, ਜਿਹੜੇ ਕੈਂਡੀਡੇਟ ਨੂੰ ਪਤਾ ਵਾ, ਜਿਨ੍ਹਾਂ ਨੇ ਪਹਿਲਾਂ ਕਿਤੇ ਪ੍ਰਾਈਵੇਟ ਜੌਬ ਕੀਤੀ ਆ, ਉਹਨਾਂ ਨੂੰ ਪਤਾ ਕਿ ਸਾਨੂੰ 100 ਕਿਲੋਮੀਟਰ ਵੀ ਉਹ ਟਰੈਵਲ ਕਰਦੇ ਨੇ, 50 ਕਿਲੋਮੀਟਰ 60 ਕਿਲੋਮੀਟਰ ਇੱਕ ਪਾਸੇ ਦਾ ਟਰੈਵਲ ਕਰਦੇ ਨੇ ਉਹ, ਠੀਕ ਆ। ਜਿਹੜੇ ਕੈਂਡੀਡੇਟ ਨੇ ਜਿਹੜੇ ਪਹਿਲਾਂ ਕਿਸੇ ਨੇ ਵੀ ਪ੍ਰਾਈਵੇਟ ਜੌਬ ਕੀਤੀ ਆ ਜਾਂ ਜੋ ਪ੍ਰਾਈਵੇਟ ਜੌਬ ਕਰਦੇ ਆ, ਉਹਨਾਂ ਨੂੰ ਪੁੱਛੋ ਕਿ ਜਿੱਦਾਂ ਕਿ 10,000 15,000 ਰੁਪਏ ਦੇ ਵਿੱਚ ਉਹ ਗੁਜ਼ਾਰਾ ਕਰਦੇ ਨੇ, ਠੀਕ ਆ ਜੀ। ਤੁਹਾਡੀ ਤਾਂ ਫਿਰ ਵੀ ਸਟਾਰਟਿੰਗ ਇੱਕ ਵਾਰ 19,900 ਹੋਏਗੀ, ਤਾਂ ਉਸ ਤੋਂ ਬਾਅਦ DATA ਲੱਗ ਕੇ ਤੁਹਾਡੇ ਪੈਸੇ ਬਾਅਦ ਵਿੱਚ 3 ਸਾਲਾਂ ਬਾਅਦ 3 ਸਾਲ ਤੁਹਾਨੂੰ ਥੋੜਾ ਜਿਹਾ ਔਖਾ ਜ਼ਰੂਰ ਹੋ ਸਕਦਾ ਜੇਕਰ ਤੁਹਾਡਾ ਡਿਸਟ੍ਰਿਕਟ ਤੋਂ ਬਾਹਰ ਤੁਹਾਨੂੰ ਕਿਤੇ ਭੇਜਿਆ ਜਾਂਦਾ ਵਾ। ਤਾਂ ਬਾਕੀ ਇਹੀ ਆ ਕਿ ਇਸ ਸਮੇਂ ਤੁਹਾਨੂੰ ਨੌਕਰੀ ਹੀ ਮਿਲ ਰਹੀ ਆ, ਇਹੀ ਬਹੁਤ ਵੱਡੀ ਗੱਲ ਆ। ਤੁਸੀਂ ਬਹੁਤ ਜ਼ਿਆਦਾ ਲੱਕੀ ਹੋ, ਖੁਸ਼ਨਸੀਬ ਕਹਿ ਸਕਦੇ ਹੋ ਕਿ ਇੰਨੀ ਮਿਹਨਤ ਕਰਕੇ ਤੁਸੀਂ ਇਹ ਮੁਕਾਮ ਹਾਸਲ ਕੀਤਾ ਵਾ। ਤਾਂ ਇਹ ਚੀਜ਼ਾਂ ਦੇ ਵਿੱਚ ਜ਼ਿਆਦਾ ਨਾ ਪਾਓ, ਠੀਕ ਹੈ। ਤੁਹਾਨੂੰ ਪ੍ਰੈਫਰੈਂਸ ਕਰਨੀ ਚਾਹੀਦੀ ਆ, ਉਹ ਮੈਂ ਤੁਹਾਨੂੰ ਦੱਸਦੀ ਹੋਈ ਆ ਕਿ ਜੇਕਰ ਤੁਹਾਨੂੰ ਖੇਤਰੀ ਦਫ਼ਤਰ, ਜਿਵੇਂ ਕਿ ਜੇਕਰ ਤੁਸੀਂ ਜ਼ਿਲ੍ਹਿਆਂ ਦੇ ਵਿੱਚ ਜਾਣਾ ਚਾਹੁੰਦੇ ਹੋ ਕਿਸੇ ਨੇੜੇ ਦੇ ਜ਼ਿਲ੍ਹੇ 'ਚ, ਤਾਂ ਤੁਸੀਂ ਖੇਤਰੀ ਦਫ਼ਤਰ ਭਰਨਾ। ਮੁੱਖ ਦਫ਼ਤਰ ਤੁਹਾਡਾ ਨਾਲ ਦਿੱਤਾ ਹੋਇਆ ਕਿ ਮੁੱਖ ਦਫ਼ਤਰ ਸਿਰਫ ਹੈੱਡ ਆਫਿਸ ਦੇ ਵਿੱਚ ਹੀ ਪੋਸਟਿੰਗ ਹੋਏਗੀ ਇਹਦੇ ਅਕੋਰਡਿੰਗ।
ਹੁਣ ਦੇਖੋ, ਹੁਣ ਇੱਕ ਕੈਂਡੀਡੇਟ ਦੇ ਹੁਣ ਦੇਖੋ ਜੀ, ਸਭ ਤੋਂ ਪਹਿਲਾਂ ਤੁਸੀਂ ਕੀ ਦੇਖਣਾ ਵਾ, ਜਿੱਦਾਂ ਕਿ ਆਹ ਲਗਾ ਲਓ ਕਿ ਡੀਸੀ ਆਫਿਸ ਆ, ਡਿਪਟੀ ਕਮਿਸ਼ਨਰ ਆਫਿਸ। ਮੰਨ ਲਓ ਕਿਸੇ ਕੈਂਡੀਡੇਟ ਦਾ ਮੰਨ ਲਓ ਡਿਸਟ੍ਰਿਕਟ ਦੇ ਵਿੱਚ ਚੂਜ਼ ਕੀਤਾ, ਮੰਨ ਲਓ ਕਿਸੇ ਦਾ ਪਟਿਆਲਾ ਵਾ, ਠੀਕ ਆ ਜੀ। ਹੁਣ ਡੀਸੀ ਆਫਿਸ ਦੇ ਵਿੱਚ ਜੇ ਤੁਸੀਂ ਦੇਖੋਗੇ, ਜਾਂ ਤਾਂ ਪਟਿਆਲਾ ਭਰ ਸਕਦਾ ਵਾ, ਹਨਾ, ਜਾਂ ਜਿਹਦੇ ਨਾਲ ਦਾ ਜ਼ਿਲ੍ਹਾ ਤੁਹਾਨੂੰ ਪਟਿਆਲੇ ਦੇ ਕੋਈ ਵੀ ਪੈਂਦਾ, ਚਾਹੇ ਸੰਗਰੂਰ ਪੈਂਦਾ, ਕੋਈ ਵੀ ਜ਼ਿਲ੍ਹਾ ਤੁਹਾਨੂੰ ਨੇੜੇ ਪੈਂਦਾ ਵਾ, ਤੁਸੀਂ ਉਹ ਭਰ ਸਕਦੇ ਹੋ। ਕਿਉਂਕਿ ਤੁਹਾਨੂੰ ਇਸ ਤਰ੍ਹਾਂ ਵਾ ਕਿ ਜੇਕਰ ਤੁਹਾਡਾ 50-60 ਕਿਲੋਮੀਟਰ ਦਾ ਜੇਕਰ ਸਫ਼ਰ ਹੋਏਗਾ ਵੀ, ਤਾਂ ਤੁਹਾਨੂੰ ਐਂ ਪਤਾ ਹੋਊਗਾ ਕਿ ਸਵੇਰੇ ਤੁਸੀਂ ਕੰਮ ਤੇ ਜਾ ਕੇ ਸ਼ਾਮ ਨੂੰ ਤੁਸੀਂ ਘਰੇ ਵਾਪਸ ਆ ਸਕਦੇ ਹੋ। ਕਿਉਂਕਿ 1 ਘੰਟਾ ਟਰੈਵਲ ਕਰਨਾ ਕੋਈ ਖਾਸ ਵੱਡੀ ਗੱਲ ਨਹੀਂ ਗੀ। ਬਹੁਤ ਸਾਰੇ ਜਿਹੜੇ ਹੋਣਗੇ, ਜਿਹੜੇ ਇੰਪਲਾਈ ਲੱਗੇ ਹੋਣਗੇ, ਉਹ ਸਫ਼ਰ ਕਰਦੇ ਨੇ, ਇੰਨਾ ਕੋਈ ਦਿੱਕਤ ਵਾਲੀ ਗੱਲ ਨਹੀਂ ਗੀ। ਬਾਕੀ ਇਹ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਕਿਸ ਤਰ੍ਹਾਂ ਕਿਹੜਾ ਡਿਪਾਰਟਮੈਂਟ ਚੂਜ਼ ਕਰਨਾ ਚਾਹੁੰਦੇ ਹੋ। ਕਿਉਂਕਿ ਇਹਦੇ ਬਾਰੇ ਆਪਾਂ ਨੂੰ ਸਿਰਫ ਡੀਸੀ ਆਫਿਸ ਨੂੰ ਛੱਡ ਕੇ ਹੋਰ ਕਿਸੇ ਵੀ ਡਿਪਾਰਟਮੈਂਟ ਬਾਰੇ ਅਜੇ ਤੱਕ ਕਿਸੇ ਨੂੰ ਵੀ ਕੋਈ ਨੌਲੇਜ ਨਹੀਂ ਕਿ ਕਿਹੜੇ ਜ਼ਿਲ੍ਹੇ ਦੇ ਵਿੱਚ ਕਿੰਨੀਆਂ ਪੋਸਟਾਂ। ਮੰਨ ਲਓ ਹੁਣ ਇੱਕ ਆਪਾਂ ਲਾ ਲੈਂਦੇ ਹਾਂ, ਇੱਕ ਆਪਾਂ ਤੁਹਾਨੂੰ ਮੈਂ ਦੱਸ ਦਿੰਦਾ ਇੱਕ ਐਗਜ਼ਾਮਪਲ। ਦੇਖੋ ਜੀ, ਹੁਣ ਇੱਕ ਚੀਜ਼ ਦਾ ਹੋਰ ਧਿਆਨ ਰੱਖਿਓ, ਆਹ ਦੇਖੋ ਹੁਣ ਆਹ ਜਲ ਸਰੋਤ ਵਿਭਾਗ ਆ, ਵਾਟਰ ਰਿਸੋਰਸ ਡਿਪਾਰਟਮੈਂਟ ਆ, ਇਹ 'ਚ ਹੈੱਡ ਆਫਿਸ ਦੇ ਵਿੱਚ ਵੀ ਆ, ਫੀਲਡ ਆਫਿਸ ਦੇ ਵਿੱਚ ਆ, PWR MDC ਦੇ ਵਿੱਚ ਵੀ ਆ। ਮਤਲਬ ਇਹ ਤੁਹਾਨੂੰ ਫੀਲਡ ਆਫਿਸ ਦੇ ਵਿੱਚ ਵੀ ਕਿਤੇ ਵੀ, ਮਤਲਬ ਖੇਤਰੀ ਦਫ਼ਤਰ ਦੇ ਵਿੱਚ ਵੀ ਤੁਹਾਨੂੰ ਮਿਲ ਸਕਦੀ ਆ ਜੋਬ, ਕਿਤੇ ਵੀ ਮਿਲ ਸਕਦੀ ਆ, ਹੈੱਡ ਆਫਿਸ 'ਚ ਵੀ ਮਿਲ ਸਕਦੀ ਆ। ਪਰ ਇਹਦੇ ਵਿੱਚ ਹੁਣ ਤੁਸੀਂ ਆਪਦੀ ਕੈਟਾਗਰੀ ਦੇ ਵਿੱਚ ਇੱਕ ਚੀਜ਼ ਦੇਖਣੀ ਆ। ਪਹਿਲਾਂ ਤਾਂ ਤੁਸੀਂ ਮੰਨ ਲਓ ਜੇਕਰ ਹੋਮ ਡਿਸਟ੍ਰਿਕਟ ਲੈਣਾ, ਤਾਂ ਤੁਸੀਂ DC ਆਫਿਸ ਆਪਦੇ ਘਰ ਦੇ ਜਿਹੜਾ ਤੁਹਾਡੇ ਡਿਸਟ੍ਰਿਕਟ 'ਚ ਆ ਉਹ ਭਰਤਾ, ਤੇ ਦੂਸਰੇ ਨੰਬਰ ਦੇ ਉੱਤੇ ਤੁਸੀਂ ਆਪਦੇ ਆ ਜਿਹੜਾ DC ਆਫਿਸ ਭਰਨਾ ਵਾ ਜਿਹੜਾ ਤੁਹਾਡੇ ਜ਼ਿਲ੍ਹੇ ਦੇ ਬਿਲਕੁਲ ਨੇੜੇ ਪੈਂਦਾ ਵਾ। ਮਤਲਬ ਕਿ ਜਿਹੜਾ ਤੁਹਾਡੀ ਜਿੱਦਾਂ ਕਿ 40-50 ਕਿਲੋਮੀਟਰ ਵੀ ਜੇਕਰ ਟਰੈਵਲ ਹੋ ਕੇ ਜਾ ਰਹੇ ਹੋ ਤੁਸੀਂ 30 ਕਿਲੋਮੀਟਰ ਤੇ, ਤਾਂ ਤੁਹਾਨੂੰ ਕੋਈ ਮਾੜਾ ਨਹੀਂ ਹੋਏਗਾ। ਤਾਂ 2 ਨੰਬਰ ਤੇ ਤੁਸੀਂ ਇਹ ਭਰ ਸਕਦੇ ਹੋ। 3 ਨੰਬਰ ਦੇ ਉੱਤੇ ਤੁਹਾਡਾ ਹੋਏਗਾ ਜੀ, 3 ਨੰਬਰ ਦੇ ਉੱਤੇ ਤੁਸੀਂ ਕੀ ਚੂਜ਼ ਕਰਨਾ ਜੇਕਰ ਆਪਦਾ ਹੀ ਡਿਪਾਰਟਮੈਂਟ ਲੈਣਾ ਵਾ। ਤੁਸੀਂ ਆਪਦੀ ਜਿਹੜੇ ਕੈਂਡੀਡੇਟ ਨੇ ਜਿਹੜੇ ਵੀ ਕੈਟਾਗਰੀ ਦੇ ਵਿੱਚ ਅਪਲਾਈ ਕੀਤਾ ਵਾ, ਉਹਦੇ ਵਿੱਚ ਤੁਸੀਂ ਪੋਸਟਾਂ ਦੇਖਣੀਆਂ। ਮੰਨ ਲਓ ਆਪਾਂ ਇੱਕ ਐਗਜ਼ਾਮਪਲ ਲੈ ਲੈਂਦੇ ਹਾਂ ਕਿ ਆ ਜਲ ਸਰੋਤ ਵਿਭਾਗ ਹੀ ਹੋ ਗਿਆ, ਠੀਕ ਹੈ, ਇਹ 'ਚ ਵੀ ਫੀਲਡ ਆਫਿਸ ਦੇ ਵਿੱਚ ਹੈਗਾ। ਮੰਨ ਲਓ ਇਹਦੇ ਵਿੱਚ ਤੁਹਾਡੀ ਕੈਟਾਗਰੀ 'ਚ 50 ਪੋਸਟਾਂ ਨੇ, ਤਾਂ ਤੁਹਾਨੂੰ ਪਤਾ ਕਿ ਜੇਕਰ 50 ਪੋਸਟਾਂ ਪੂਰੇ ਆਲ ਓਵਰ ਪੰਜਾਬ ਹੈਗੀਆਂ, ਤਾਂ ਇਹਦਾ ਮਤਲਬ ਕਿ 50 ਦੇ ਵਿੱਚੋਂ ਲਗਭਗ ਹਰ ਜ਼ਿਲ੍ਹੇ ਦੇ ਵਿੱਚ ਕੋਈ ਪੋਸਟ ਹੋ ਸਕਦੀ ਆ। ਤਾਂ ਇਹਦੇ ਵਿੱਚ ਤੁਹਾਨੂੰ ਮਿਲ ਸਕਦੀ ਆ ਆਪਦਾ ਜ਼ਿਲ੍ਹਾ ਦਾ, ਆਪਦੇ ਨੇੜਲਾ ਜ਼ਿਲ੍ਹਾ। ਬਾਕੀ ਉਹੀ ਗੱਲ ਆ ਗਈ ਨਾ ਵੀ ਇਸ ਟਾਈਮ ਦੇ ਉੱਤੇ ਕਨਫਰਮ ਕੁਝ ਵੀ ਨਹੀਂਗਾ, ਇਹ ਜਸਟ ਇੱਕ ਪ੍ਰੈਡਿਕਸ਼ਨ ਆ। ਤੁਸੀਂ ਕੱਲ ਨੂੰ ਬਾਅਦ ਵਿੱਚ ਕਿਸੇ ਨੂੰ ਕਹੋ ਕਿ ਹਾਂਜੀ ਤੁਹਾਡੇ ਕਹੇ ਦੇ ਉੱਤੇ ਮੈਂ ਇਹ ਚੀਜ਼ ਕਰ ਲਈ, ਸਿਲੈਕਟ ਕਰ ਲਈ ਹੋਈ, ਤਾਂ ਉਹ ਚੀਜ਼ ਬਾਅਦ 'ਚ ਗਲਤ ਹੋ ਜਾਂਦੀ ਆ। ਤੁਸੀਂ ਆਪਦੇ ਬਿਹਾਫ ਦੇ ਉੱਤੇ ਦੇਖਣਾ ਵਾ ਕਿ ਹਾਂਜੀ ਤੁਹਾਡੇ ਲਈ ਕਿਹੜਾ ਡਿਪਾਰਟਮੈਂਟ ਸਹੀ ਆ, ਕੀ ਤੁਸੀਂ ਕਿਤੇ ਹੋਰ ਰਹਿ ਸਕਦੇ ਹੋ। ਬਾਕੀ ਗੱਲ ਫੇਰ ਉਹੀ, ਮੈਂ ਬਾਰ-ਬਾਰ ਤੁਹਾਨੂੰ ਘੁਮਾ ਕੇ ਉਹੀ ਗੱਲ ਕਹਿ ਰਿਹਾ ਕਿ ਇਸ ਟਾਈਮ ਦੇ ਉੱਤੇ ਮੇਨ ਫੋਕਸ ਤੁਹਾਡਾ ਜੌਬ ਦਾ ਹੋਣਾ ਚਾਹੀਦਾ ਕਿ ਤੁਹਾਨੂੰ ਨੌਕਰੀ ਮਿਲ ਰਹੀ ਆ। ਬਹੁਤ ਮੁਸ਼ਕਲ ਨਾਲ ਲੋਕਾਂ ਨੂੰ ਨੌਕਰੀ ਮਿਲਦੀ ਆ। ਲੋਕ ਇਸ ਟਾਈਮ ਦੇ ਉੱਤੇ ਛੱਡ ਕੇ, ਤੁਸੀਂ ਦੇਖ ਰਹੇ ਹੋ ਕਿ ਆਪਦੀ ਸਟੇਟ ਛੱਡ ਕੇ ਚਲੇ ਜਾਂਦੇ ਨੇ, ਬਾਹਰ ਚਲੇ ਜਾਂਦੇ ਨੇ, ਕੈਨੇਡਾ ਚਲੇ ਜਾਂਦੇ ਨੇ, ਅਮਰੀਕਾ ਚਲੇ ਜਾਂਦੇ ਨੇ, ਹੈ ਨਾ, ਦੁਬਈ ਚਲੇ ਜਾਂਦੇ, ਕਿਤੇ ਵੀ ਜਾਂਦੇ ਨੇ। ਆਪਾਂ ਦੇਖਦੇ ਹਾਂ ਕਿ ਹਾਂ ਆਪਦੇ ਫਿਊਚਰ ਲਈ ਜਾਂਦੇ ਆ। ਤੁਸੀਂ ਤਾਂ ਫਿਊਚਰ ਲਈ ਸਿਰਫ ਪੰਜਾਬ 'ਚ ਰਹਿਣਾ, ਇੱਥੇ ਨਹੀਂ ਰਹਿ ਸਕਦੇ ਤੁਸੀਂ ਕਿਤੇ। ਤਾਂ ਫਿਰ ਅੱਗੇ ਇੱਕ ਹੋਰ ਬੜਾ ਹੀ ਜ਼ਿਆਦਾ, ਮੈਂ ਸੋਚ ਨਹੀਂ ਸਕਦਾ ਕਿ ਇਹੋ ਜਿਹਾ ਦੱਸ ਨਹੀਂ ਸਕਦਾ ਕਿਹੋ ਜਿਹੇ ਮੈਸੇਜ ਆਉਂਦੇ ਆ। ਹੁਣ ਦੇਖੋ ਜੀ, ਕੁਝ ਕੈਂਡੀਡੇਟ ਕਹਿੰਦੇ ਆ ਜੀ ਇਹੋ ਜਿਹਾ ਡਿਪਾਰਟਮੈਂਟ ਦੱਸ ਦਿਓ ਜਿਹਦੇ ਵਿੱਚ ਕਿ ਕੰਮ ਹੈ ਨਹੀਂਗਾ। ਇਸ ਟਾਈਮ ਦੇ ਉੱਤੇ ਕੋਈ ਵੀ ਡਿਪਾਰਟਮੈਂਟ ਆ ਪੰਜਾਬ ਦਾ, ਚਾਹੇ ਕਿਤੇ ਵੀ ਆ, ਤੁਸੀਂ ਕੰਮ ਤੋਂ ਕਿਉਂ ਡਰਦੇ ਹੋ ਜੀ? ਕੰਮ ਤੁਹਾਨੂੰ 9 ਵਜੇ ਤੁਸੀਂ ਜਾਣਾ, 5-6 ਵਜੇ ਤੱਕ ਤੁਹਾਨੂੰ ਕੰਮ ਆ। ਸ਼ਨੀਵਾਰ ਐਤਵਾਰ ਤੁਹਾਨੂੰ ਛੁੱਟੀ ਹੋਏਗੀ, ਅਤੇ ਬਾਕੀ ਜਿਹੜੀਆਂ ਹੋਰ ਪਬਲਿਕ ਹੌਲੀਡੇ ਆ ਉਹਦੇ ਵਿੱਚ ਛੁੱਟੀਆਂ ਹੋ ਗਈਆਂ। ਫਿਰ ਤੁਸੀਂ ਕੰਮ ਤੋਂ ਕਿਉਂ ਡਰ ਰਹੇ ਹੋ ਕਿ ਕੰਮ ਨਹੀਂ ਕਰਨਾ? ਤੁਸੀਂ ਇਸ ਟਾਈਮ ਪੜ੍ਹਾਈ ਕਰਕੇ, ਇੰਨਾ ਤੁਸੀਂ ਪੜ੍ਹ ਕੇ, ਟਾਈਪਿੰਗ ਕਲੀਅਰ ਕਰਕੇ, ਰਿਟਨ ਟੈਸਟ ਕੁਆਲੀਫਾਈ ਕਰਕੇ, ਸਾਰਾ ਕੁਝ ਕਰਕੇ ਤੁਹਾਨੂੰ ਜੌਬ ਮਿਲ ਗਿਆ, ਉਹ ਵੀ ਮਿਹਨਤ ਕਰਕੇ ਮਿਲ ਗਿਆ ਨਾ। ਅੱਗੇ ਤੁਸੀਂ ਜਿੱਥੇ ਜਿਹੜੇ ਡਿਪਾਰਟਮੈਂਟ ਦੇ ਵਿੱਚ ਕੰਮ ਜ਼ਿਆਦਾ ਹੋਏਗਾ, ਉੱਥੇ ਤੁਹਾਡੀ ਪ੍ਰਮੋਸ਼ਨ ਦੇ ਚਾਂਸ ਵੀ ਜ਼ਿਆਦਾ ਹੋਣਗੇ। ਇੱਕ ਜਗ੍ਹਾ ਬੈਠੇ ਹੋ, ਛੋਟਾ ਡਿਪਾਰਟਮੈਂਟ ਆ, ਕੀ ਪਤਾ ਕਦੋਂ ਪ੍ਰਮੋਸ਼ਨ ਹੋਵੇ ਤੁਹਾਡੀ, ਹੈ ਨਾ। ਜੇਕਰ ਤੁਸੀਂ ਵਧੀਆ ਡਿਪਾਰਟਮੈਂਟ ਦੇ ਵਿੱਚ ਜਾਓਗੇ ਜਿੱਥੇ ਥੋੜਾ ਬਹੁਤ ਮਤਲਬ ਕੰਮ ਵੀ ਹੋਏਗਾ, ਤੇ ਉਹਦੇ ਵਿੱਚ ਹੀ ਤੁਹਾਨੂੰ ਇਹ ਚੀਜ਼ਾਂ ਦਾ ਮੇਰੇ ਅਕੋਰਡਿੰਗ ਫਾਇਦਾ ਹੋਏਗਾ। ਬਾਕੀ ਇਹ ਤੁਹਾਡੇ 'ਤੇ ਡਿਪੈਂਡ ਕਰਦਾ ਕਿ ਤੁਸੀਂ ਕਿਹੜਾ ਡਿਪਾਰਟਮੈਂਟ ਤੁਸੀਂ ਚੂਜ਼ ਕਰਨਾ ਵਾ, ਠੀਕ ਆ। ਇਸ ਟਾਈਮ ਦੇ ਉੱਤੇ ਬਸ ਇਹੀ ਆ, ਮੈਂ ਤਾਂ ਇਹੀ ਇਸ ਟਾਈਮ ਦੇ ਉੱਤੇ ਤੁਹਾਨੂੰ ਕਹਾਂਗਾ ਕਿ ਇਸ ਟਾਈਮ ਦੇ ਉੱਤੇ ਸਾਰੇ ਆ ਸਰਕਾਰੀ ਡਿਪਾਰਟਮੈਂਟ ਆ ਜੀ, ਗੌਰਮੈਂਟ ਡਿਪਾਰਟਮੈਂਟ, ਡਾਇਰੈਕਟਰ ਦੇ ਵਿੱਚ ਆ, ਚਾਹੇ ਕਿਤੇ ਵੀ ਆ, ਚਾਹੇ, ਹੈ ਨਾ, ਤਾਂ ਸਾਰੇ ਸਰਕਾਰੀ ਡਿਪਾਰਟਮੈਂਟ ਆ। ਕੋਈ ਵੀ ਮਾੜਾ ਡਿਪਾਰਟਮੈਂਟ ਨਹੀਂ ਕਹਿ ਸਕਦੇ ਇਸ ਟਾਈਮ। ਤੁਸੀਂ ਸਾਰੇ ਡਿਪਾਰਟਮੈਂਟ ਦੇਖ ਲਓ, ਕੋਈ ਵੀ ਮਾੜਾ ਮੈਨੂੰ ਦੱਸ ਦਿਓ ਕਿ ਹਾਂ ਇਹ ਡਿਪਾਰਟਮੈਂਟ ਮਾੜਾ। ਆਹ ਦੇਖੋ, ਹੋਮ ਅਫੇਅਰ ਐਂਡ ਜਸਟਿਸ ਆ, ਗ੍ਰਹਿ ਮਾਮਲੇ ਹੋ ਗਏ, ਇਹਦੇ ਵਿੱਚ ਪੁਲਿਸ ਡਿਪਾਰਟਮੈਂਟ ਦੇ ਵਿੱਚ ਤੁਹਾਨੂੰ ਮਿਲ ਸਕਦੀ 1 ਲੱਖ ਦੀ ਜੋਬ, ਠੀਕ ਆ। ਸੋ ਇਹ ਚੀਜ਼ਾਂ ਹੁੰਦੀਆਂ ਨੇ, ਕੋਈ ਮਾੜੇ ਡਿਪਾਰਟਮੈਂਟ, ਇਹਨਾਂ ਦੇ ਵਿੱਚ ਕੋਈ ਵੀ ਮਾੜਾ ਡਿਪਾਰਟਮੈਂਟ ਨਹੀਂ ਗਾ। ਤੇ ਇਸ ਟਾਈਮ ਦੇ ਉੱਤੇ ਤੁਸੀਂ ਜ਼ਿਆਦਾ ਡਿਪਾਰਟਮੈਂਟਾਂ ਬਾਰੇ ਨਾ ਸੋਚੋ ਕਿ ਮੈਨੂੰ ਇਹੀ ਚਾਹੀਦਾ ਜਾਂ ਉਹ ਚਾਹੀਦਾ। ਇਸ ਟਾਈਮ ਦੇ ਉੱਤੇ ਬਸ ਤੁਸੀਂ ਪਹਿਲੀ ਗੱਲ ਤਾਂ ਤੁਸੀਂ ਇਹ ਦੇਖ ਲਓ ਕਿ ਹਾਂਜੀ ਜੇਕਰ ਤੁਸੀਂ ਘਰ ਦੇ ਨੇੜੇ ਰਹਿਣਾ ਚਾਹੁੰਦੇ ਹੋ, ਤਾਂ ਪਹਿਲੇ ਨੰਬਰ ਦੇ ਉੱਤੇ ਬਸ ਉਹੀ ਕਿ DC ਆਫਿਸ ਆਪਦੇ ਨੇੜਲਾ ਜਾਂ ਆਪਦਾ ਜਿਹੜਾ ਡਿਸਟ੍ਰਿਕਟ ਆ ਉਹ ਭਰ ਦਿਓ। 2 ਨੰਬਰ ਦੇ ਉੱਤੇ ਜਿੱਥੇ ਵੱਧ ਪੋਸਟਾਂ ਨੇ, ਜਿਹੜੇ ਡਿਪਾਰਟਮੈਂਟ ਦੇ ਵਿੱਚ ਵੱਧ ਪੋਸਟਾਂ ਨੇ, ਉਹਦੇ ਵਿੱਚ ਭਰ ਦਿਓ। ਉਹਦੇ ਵਿੱਚ ਇਸ ਤਰ੍ਹਾਂ ਵਾ ਕਿ ਜੇ ਤੁਸੀਂ ਉਹਦੇ ਵਿੱਚ ਭਰ ਦੋਗੇ ਤਾਂ ਚਾਂਸ ਹੈਗਾ, ਮਤਲਬ 50% ਵੀ ਚਾਂਸ ਹੋਵੇ ਕਿ ਤੁਹਾਨੂੰ ਘਰ ਦੇ ਨੇੜੇ ਮਿਲ ਸਕਦਾ ਵਾ। ਤੀਜੇ ਨੰਬਰ ਦੇ ਉੱਤੇ ਜੇਕਰ ਤੁਹਾਨੂੰ ਬਿਲਕੁਲ ਹੀ ਨਹੀਂ ਗਾ ਵੀ ਹਾਂਜੀ ਮੈਂ ਕਿਤੇ ਹੋਰ ਰਹਿਣਾ ਚਾਹੁੰਦਾ ਵਾ ਜਾਂ ਕਿਤੇ ਹੋਰ ਜੁਆਇਨ ਕਰਨਾ, ਤਾਂ ਤੁਸੀਂ ਜਿਹੜੇ ਹੈੱਡ ਆਫਿਸ ਨੇ, ਠੀਕ ਹੈ, ਚੰਡੀਗੜ੍ਹ ਜਾਂ ਮੋਹਾਲੀ, ਸਾਫ਼ ਲਿਖਿਆ ਹੋਇਆ ਹੈ ਨਾ ਕਿ ਹੈੱਡ ਆਫਿਸ ਦੇ ਵਿੱਚ ਕਿਹੜੀਆਂ ਪੋਸਟਾਂ ਨੇ। ਹੁਣ ਉਹਦੇ ਵਿੱਚ ਤੁਸੀਂ ਆਰਾਮ ਦੇ ਨਾਲ ਤੁਸੀਂ ਆਪਣਾ ਉਹਦੇ ਵਿੱਚ ਆਹ ਦੇਖੋ ਜੀ, ਮੁੱਖ ਦਫ਼ਤਰ ਆ ਜਿੱਦਾਂ ਪੇਂਡੂ ਵਿਕਾਸ ਪੰਚਾਇਤੀ ਵਿਭਾਗ, ਇਹ ਮੋਹਾਲੀ ਦੇ ਵਿੱਚ ਮੁੱਖ ਦਫ਼ਤਰ ਦੀ ਪੋਸਟ ਆ। ਇਹ ਤੁਹਾਨੂੰ ਮੋਹਾਲੀ ਰਹਿਣਾ ਪੈਣਾ ਵਾ ਫਿਰ, ਜਾਂ ਚੰਡੀਗੜ੍ਹ ਰਹਿਣਾ ਪੈਣਾ, ਇਹ ਤੁਹਾਡੇ ਤੇ ਆ। ਇਸ ਟਾਈਮ ਮਿਊਚੁਅਲ ਬਦਲੀ ਦਾ ਆਪਾਂ ਨੂੰ ਕੁਝ ਨਹੀਂ ਪਤਾ ਕਿ ਕੀ ਪ੍ਰੋਸੈਸ ਹੁੰਦਾ। ਕਹਿ ਰਹੇ ਨੇ ਕੁਝ ਕੈਂਡੀਡੇਟ ਕਿ ਹਾਂਜੀ ਮਿਊਚੁਅਲ ਬਦਲੀ ਹੋ ਜਾਂਦੀਆਂ ਨੇ, ਬਦਲੀਆਂ ਹੋ ਜਾਂਦੀਆਂ ਨੇ, ਕਿ ਅੱਜ ਤੁਸੀਂ ਚੰਡੀਗੜ੍ਹੋਂ ਕੱਲ੍ਹ ਨੂੰ ਕਿਸੇ ਹੋਰ ਕੈਂਡੀਡੇਟ ਨਾਲ ਮਿਊਚੁਅਲ ਬਦਲੀ ਕਰਾ ਕੇ ਜਾਂ ਕਿਸੇ ਹੋਰ ਡਿਸਟ੍ਰਿਕਟ ਚੋਂ ਕਰਵਾ ਕੇ ਜਾ ਸਕਦੇ ਹੋ। ਪਰ ਇਹਦੇ ਬਾਰੇ ਫਿਲਹਾਲ ਆਪਾਂ ਨੂੰ ਕੋਈ ਵੀ ਪ੍ਰੋਸੈਸ ਇਹਦੇ
ਬਾਰੇ ਪਤਾ ਨਹੀਂ, ਫਿਲਹਾਲ ਤੁਸੀਂ ਜੌਬ ਤੇ ਫੋਕਸ ਕਰੋ ਕਿ ਤੁਹਾਨੂੰ ਇਸ ਟਾਈਮ ਦੇ ਉੱਤੇ ਬਹੁਤ ਲੱਕੀ ਹੋ, ਜੌਬ ਮਿਲ ਰਹੀ ਆ ਤਾਂ ਖੁਸ਼ੀ ਕਰਕੇ ਜਿਹੜੀ ਪ੍ਰੈਫਰੈਂਸ ਵਗੈਰਾ ਭਰੋ, ਤਾਂ ਜਿਹੜੀ ਤੁਹਾਡੀ ਕਿਸਮਤ ਦੇ ਵਿੱਚ ਜਿਹੜਾ ਡਿਪਾਰਟਮੈਂਟ ਹੋਏਗਾ ਉਹ ਤੁਹਾਨੂੰ ਮਿਲ ਜਾਏਗਾ। ਸੋ ਬਾਕੀ ਮੈਂ ਤੁਹਾਨੂੰ ਦੱਸਦਾ ਕਿ ਜੇਕਰ ਤੁਸੀਂ ਹੋਮ ਡਿਪਾਰਟਮੈਂਟ ਲੈਣ ਦਾ ਤਾਂ ਇਸ ਤਰੀਕੇ ਦੇ ਨਾਲ ਤੁਸੀਂ ਫਿਲ ਕਰ ਸਕਦੇ ਹੋ। ਡਿਪਾਰਟਮੈਂਟ ਸਾਰੇ ਹੀ ਵਧੀਆ ਨੇ, ਕੋਈ ਵੀ ਮਾੜਾ ਡਿਪਾਰਟਮੈਂਟ ਨਹੀਂਗਾ, ਠੀਕ ਹੈ ਜੀ। ਕੰਮ ਤੁਹਾਨੂੰ ਕਰਨਾ ਪੈਣਾ, ਕਿਸੇ ਡਿਪਾਰਟਮੈਂਟ ਚਲੇ ਜਾਓ। ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਉਹ ਟਾਈਮ ਹੈ ਨਹੀਂਗਾ ਕਿ ਹਾਂਜੀ ਸਰਕਾਰੀ ਦਫ਼ਤਰਾਂ ਦੇ ਵਿੱਚ ਵਿਹਲੇ ਬੈਠੇ ਰਹਿੰਦੇ ਸੀ ਕਰਮਚਾਰੀ, ਕੰਮ ਹੁੰਦੇ ਆ ਜੀ, ਹਰੇਕ ਜਗ੍ਹਾ ਕੰਮ ਹੋਊਗਾ, ਕਿਤੇ ਵੀ ਜਾਓਗੇ ਤੁਸੀਂ। ਸੋ ਕੰਮ ਤੋਂ ਨਾ ਡਰੋ, ਕੋਈ ਦਿੱਕਤ ਵਾਲੀ ਗੱਲ ਨਹੀਂ। ਕੱਲ੍ਹ ਨੂੰ ਤੁਸੀਂ ਫੇਰ ਕਿਸੇ ਹੋਰ ਅੱਗੇ ਫਰਦਰ ਕਿਸੇ ਪੇਪਰ ਲਈ ਤਿਆਰੀ ਕਰੋਗੇ, ਕਿਸੇ ਗਰੁੱਪ ਬੀ ਦੀ, ਜਿੱਦਾਂ ਕਿ PPSC ਦਾ ਸੀਨੀਅਰ ਅਸਿਸਟੈਂਟ ਦਾ ਪੇਪਰ ਆਊਗਾ, ਐਗਜ਼ਾਈਜ਼ ਇੰਸਪੈਕਟਰ ਦਾ ਆਊਗਾ, ਠੀਕ ਆ, ਵਧੀਆ ਲੈਵਲ ਦੇ, ਉੱਪਰਲੇ ਲੈਵਲ ਦੀ, ਇਸ ਤੋਂ ਉੱਪਰਲੇ ਲੈਵਲ ਦੀ ਜਦੋਂ ਤੁਸੀਂ ਤਿਆਰੀ ਕਰੋਗੇ ਤਾਂ ਉਹਦੇ ਵਿੱਚ ਵੀ ਤੁਹਾਨੂੰ ਬੈਨੀਫਿਟ ਹੋ ਜਾਏਗਾ। ਕੀ ਪਤਾ ਹੁੰਦਾ ਉਸ ਤੋਂ ਬਾਅਦ ਕਦੋਂ ਤੁਹਾਨੂੰ, ਕਿਉਂਕਿ ਤੁਸੀਂ ਤਾਂ ਆਪਦੀ ਜ਼ਿੰਦਗੀ ਦੇ ਵਿੱਚ ਤੁਸੀਂ ਤਰੱਕੀ ਕਰਨੀ ਚਾਹੋਗੇ ਹੀ ਕਿ ਅੱਜ ਮੈਂ ਕਲਰਕਾਂ ਤੇ ਕੱਲ੍ਹ ਨੂੰ ਮੈਂ ਸੀਨੀਅਰ ਅਸਿਸਟੈਂਟ ਬਣਾ ਜਾਂ ਆਪਣਾ ਐਗਜ਼ਾਈਜ਼ ਇੰਸਪੈਕਟਰ ਬਣਾ, ਹੈ ਨਾ। ਤਾਂ ਇਹੀ ਆ ਵੀ ਤੁਸੀਂ ਫਿਲਹਾਲ ਖੁਸ਼ੀ ਆਪਦਾ ਇੱਕ ਵਾਰੀ ਫਿਊਚਰ ਤੁਹਾਡਾ ਸਿਕਿਉਰ ਹੋ ਗਿਆ, ਆਰਾਮ ਨਾਲ ਤੁਸੀਂ ਅੱਗੇ ਵੀ ਆਪਦੀ ਪੜ੍ਹਾਈ ਵੀ ਜਾਰੀ ਰੱਖ ਸਕਦੇ ਹੋ। ਤਾਂ ਬਸ ਤੁਸੀਂ ਇੱਕ ਵਾਰੀ ਇਹੀ ਆ ਕਿ ਵਧੀਆ ਡਿਪਾਰਟਮੈਂਟ ਸਾਰੇ ਮਿਲੇ ਹੋਏ ਨੇ ਤੁਹਾਨੂੰ, ਇੱਕ ਵਾਰ ਤੁਸੀਂ ਵਧੀਆ ਆਪਦੀ ਪ੍ਰੈਫਰੈਂਸ ਸੈੱਟ ਕਰੋ। ਅੱਗੇ ਜਿਹੜੀ ਕਿਸਮਤ ਦੇ ਵਾਈਜ਼ ਤੁਹਾਡੀ ਜਿਹੜੇ ਰੈਂਕ ਹੋਊਗਾ, ਰੈਂਕ ਦੇ ਵਾਈਜ਼ ਰੈਂਕ ਵੀ ਮੈਟਰ ਕਰੇਗਾ ਨਾ ਇਹਦੇ ਵਿੱਚ। ਜੇਕਰ ਇਹਨਾਂ ਨੇ ਸੌਫਟਵੇਅਰ ਬਣਾਇਆ ਬੈਕ ਹੈਂਡ ਦੇ ਉੱਤੇ, ਜੇਕਰ ਇਹ ਰਿਜ਼ਲਟ ਕਰਨਗੇ ਤਾਂ ਇਹਦਾ ਮਤਲਬ ਇਹੀ ਆ ਕਿ ਰੈਂਕ ਵਾਈਜ਼ ਵੀ ਉਹ ਦੇਖਣਗੇ ਨਾ ਇੱਕ ਵਾਰੀ ਵੀ ਹਾਂਜੀ ਮੰਨ ਲਓ ਤੁਹਾਡਾ 50ਵਾਂ ਰੈਂਕ ਆ ਤੇ ਉੱਥੇ ਪੋਸਟਾਂ ਹੀ 48 ਆ ਮੰਨ ਲਓ, ਤਾਂ ਤੁਹਾਨੂੰ ਉਹਦੇ ਵਿੱਚ ਮਿਲਣ ਦੀ ਸੰਭਾਵਨਾ ਥੋੜ੍ਹੀ ਜਿਹੀ ਘੱਟ ਜਾਏਗੀ। ਤਾਂ ਇਹੀ ਹੁੰਦਾ ਵਾ ਕਿ ਹਾਂਜੀ ਫਿਰ ਤੁਹਾਡੀ ਅਗਲੀ ਪ੍ਰੈਫਰੈਂਸ ਉਹ ਚੈੱਕ ਕਰ ਲੈਣਗੇ ਕਿ ਦੂਜੀ ਕਿਹੜੀ ਭਰੀ ਹੋਈ ਆ ਪ੍ਰੈਫਰੈਂਸ, ਤੀਜੀ ਪ੍ਰੈਫਰੈਂਸ ਕਿਹੜੀ ਭਰੀ ਹੋਈ ਆ, ਚੌਥੀ ਕਿਹੜੀ ਭਰੀ ਹੋਈ ਆ। ਜਿਵੇਂ ਤੁਹਾਨੂੰ ਉੱਪਰ ਪੋਸਟਾਂ ਖਾਲੀ ਮਿਲੀ ਜਾਣਗੀਆਂ ਤੁਹਾਡੇ ਰੈਂਕ ਵਾਈਜ਼, ਤਾਂ ਤੁਹਾਡੀ ਅਗਰ ਇਹਨਾਂ ਨੇ ਸੌਫਟਵੇਅਰ ਉਸ ਅਕੋਰਡਿੰਗ ਤਿਆਰ ਕੀਤਾ ਹੋਇਆ ਜਾਂ ਬੈਕ ਹੈਂਡ 'ਤੇ ਵੀ ਕਰ ਰਹੇ ਨੇ, ਹੈ ਨਾ, ਤਾਂ ਤੁਹਾਨੂੰ ਆਪਣੇ ਆਪ ਡਿਪਾਰਟਮੈਂਟ ਜਿਹੜੇ ਨੇ ਅਲਾਟ ਹੋਈ ਜਾਣਗੇ। ਤਾਂ ਤੁਸੀਂ ਆਪਦੇ ਵੱਲੋਂ ਪੂਰੀ ਤਿਆਰੀ ਕਰਨੀ ਆ। ਹੁਣ ਇੱਕ ਮੈਸੇਜ ਹੋਰ ਆ ਰਿਹਾ ਵਾ, ਉਹ ਮੈਂ ਤੁਹਾਨੂੰ ਦੱਸਦਾ। ਮੈਂ ਇੱਕ ਵਾਰੀ ਤੁਹਾਨੂੰ ਥੋੜ੍ਹਾ ਜਿਹਾ ਸਟੈਪਸ ਦੱਸਦਾ। ਹਾਂਜੀ, ਆਹ ਹੈਗੇ ਨੇ ਜੀ ਸਟੈਪਸ ਇਹਦੇ, ਠੀਕ ਆ ਜੀ। ਸੋ ਤੁਸੀਂ ਇਸ ਤਰ੍ਹਾਂ ਦੇ ਨਾਲ ਆਪਦਾ ਕੰਪਿਊਟਰ ਦੇ ਉੱਤੇ ਜਾਂ ਡੈਸਕਟਾਪ ਸਾਈਟ ਓਪਨ ਕਰ ਲਿਓ ਆਪਦੇ ਮੋਬਾਈਲ ਦੇ ਉੱਤੇ। ਤੁਸੀਂ ਆਪ ਵੀ ਭਰ ਸਕਦੇ ਹੋ। ਜੇਕਰ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਆ, ਨਹੀਂ ਭਰਿਆ ਜਾਂਦਾ, ਤਾਂ ਤੁਸੀਂ ਕੈਫੇ ਜਾ ਕੇ ਭਰਵਾ ਲਓ, ਠੀਕ ਆ। 50-100 ਰੁਪਇਆ ਉਹ ਲੈਣਗੇ ਤਾਂ ਤੁਸੀਂ ਉਹ ਕਰ ਸਕਦੇ। ਵੈਸੇ ਤੁਹਾਨੂੰ ਇੰਨਾ ਕੁ ਤਾਂ ਜਾਣਕਾਰ ਤੁਸੀਂ ਹੁਣ ਹੋ ਗਏ ਹੋਏ ਹੋ, ਠੀਕ ਆ ਜੀ। ਕਲਰਕ ਦਾ ਤੁਸੀਂ ਪੇਪਰ ਕਲੀਅਰ ਕੀਤਾ ਤਾਂ ਤੁਹਾਨੂੰ ਪਤਾ ਹੋਏਗਾ ਕਿ ਹਾਂ ਇਹ ਕਿਸ ਤਰ੍ਹਾਂ ਭਰਨਾ ਵਾ। ਤਾਂ ਦੇਖੋ ਜੀ, ਇੱਥੇ ਤੁਸੀਂ ਆਪਦੀ ਐਪਲੀਕੇਸ਼ਨ ਨੰਬਰ, ਇੱਥੇ ਪਾਸਵਰਡ ਤੁਹਾਡਾ, ਡੇਟ ਆਫ ਬਰਥ ਤੇ ਲੌਗਇਨ ਮਾਰ ਦੇਣਾ ਤੁਸੀਂ ਇੱਥੋਂ। ਅਗਲਾ ਸਟੈਪ ਹੈਗਾ ਜੀ, ਇਹਦੇ ਵਿੱਚ ਤੁਹਾਨੂੰ ਸਭ ਤੋਂ ਪਹਿਲਾਂ ਇਸ ਤਰ੍ਹਾਂ ਆ ਜਾਊਗਾ ਕਿ ਹਾਂਜੀ ਇਸ ਤਰ੍ਹਾਂ, ਇੱਥੇ ਤੁਸੀਂ ਕਲਿੱਕ ਕਰਨਾ, ਫਿਰ ਕਲਿੱਕ ਹੇਅਰ ਟੂ ਸਬਮਿਟ ਪ੍ਰੈਫਰੈਂਸ, ਠੀਕ ਆ। ਤਾਂ ਨੈਕਸਟ ਤੁਹਾਡਾ 3 ਨੰਬਰ ਦੇ ਉੱਤੇ ਚਲਿਆ ਗਿਆ ਜੀ। ਹੁਣ ਜੀ ਕਲਿੱਕ ਹੇਅਰ ਟੂ ਸਬਮਿਟ ਪ੍ਰੈਫਰੈਂਸ, ਆਹ ਸਾਰਾ ਆਰਡਰ ਚ ਵਾਈਜ਼ ਸ਼ੋ ਹੋਊਗਾ, ਜਿੱਦਾਂ ਕਿ 12 ਨੰਬਰ ਡਿਪਾਰਟਮੈਂਟ ਸ਼ੋ ਹੋ ਰਿਹਾ। ਜਦੋਂ ਤੁਸੀਂ ਕੀ ਕਰੋਗੇ ਨਾ, ਹੁਣ ਦੇਖੋ ਇਹਨੂੰ ਕੀ ਕਰਨਾ ਵਾ। ਜਦੋਂ ਤੁਸੀਂ ਇਹਦੇ ਉੱਤੇ ਕਲਿੱਕ ਕਰੋਗੇ, ਆਹ ਦੇਖੋ ਆਹ ਕਲਿੱਕ ਹੋਇਆ, ਠੀਕ ਆ, ਹਾਈਲਾਈਟ ਹੋਊਗਾ। ਜਦੋਂ ਤੁਸੀਂ ਇਹਨੂੰ ਕਲਿੱਕ ਕਰੋਗੇ ਤਾਂ ਇਹਦੇ ਤੇ ਕਲਿੱਕ ਕਰਨਾ ਤੁਸੀਂ। ਜਦੋਂ ਇਹਦੇ ਤੇ ਕਲਿੱਕ ਕਰੋਗੇ ਤਾਂ ਆਹ ਡਿਪਾਰਟਮੈਂਟ ਇੱਧਰ ਆ ਜਾਊਗਾ। ਇਹਦੇ ਤੇ ਕਰੋਗੇ ਮੰਨ ਲਓ ਦੂਜੀ ਪ੍ਰੈਫਰੈਂਸ ਆ ਜਾਊਗਾ, ਨਾਲ ਤੁਹਾਡਾ ਪ੍ਰੈਫਰੈਂਸ ਵਾਈਜ਼ ਸਾਰਾ ਕੁਝ ਲਿਖਿਆ ਹੋਇਆ ਆ ਜਾਊਗਾ। ਜੇਕਰ ਮੰਨ ਲਓ ਤੁਹਾਡਾ ਇਹਦੇ ਵਿੱਚ ਕੋਈ ਵੀ ਪ੍ਰੈਫਰੈਂਸ ਗਲਤ ਹੋ ਗਈ ਆ, ਮਤਲਬ ਤੁਹਾਨੂੰ ਸਹੀ ਨਹੀਂ, ਮਤਲਬ ਗਲਤੀ ਦੇ ਨਾਲ ਤੁਹਾਡੇ ਤੋਂ ਸਿਲੈਕਟ ਹੋ ਗਿਆ, ਤਾਂ ਤੁਸੀਂ ਇੱਥੇ ਕਲਿੱਕ ਕਰਨਾ। ਜਿਸ ਤਰ੍ਹਾਂ ਆਹ ਕਲਿੱਕ ਹੋਇਆ, ਇਹਨੂੰ ਕਲਿੱਕ ਕਰਕੇ ਇੱਥੇ ਦੱਬੋਗੇ, ਠੀਕ ਆ। ਆਹ ਵਾਲਾ ਐਰੋ ਕੀ ਪ੍ਰੈਸ ਕਰੋਗੇ ਤੁਸੀਂ ਜਦੋਂ, ਤਾਂ ਇਹ ਦੁਬਾਰੇ ਫੇਰ ਇੱਧਰਲੀ ਸਾਈਡ ਆ ਜਾਊਗਾ। ਦੁਬਾਰੇ ਫੇਰ ਮੰਨ ਲਓ ਤੁਸੀਂ ਇਹ ਵਾਲਾ ਨਹੀਂ ਪਸੰਦ ਸੀ, ਆਹ ਭਰਨਾ ਸੀ, ਤਾਂ ਆਹ ਤੁਸੀਂ ਇੱਧਰ ਕਰ ਸਕਦੇ ਹੋ। ਤਾਂ ਇਸ ਤਰ੍ਹਾਂ ਅੱਗੇ ਤੁਹਾਡਾ ਜਾਈ ਜਾਏਗਾ। ਆਹ ਦੇਖ ਲਓ ਜੀ, ਹੁਣ ਆਹ ਇਸ ਤਰ੍ਹਾਂ ਐਡ ਕੀਤੇ ਹੋਏ ਨੇ। ਆਹ ਦੇਖੋ ਆਹ ਸਾਰੇ, ਜਦੋਂ ਇਹਨੂੰ ਕਲਿੱਕ ਕਰਕੇ ਇਹਨੂੰ ਕਰੋਗੇ ਇੱਧਰ ਆਏਗਾ। ਤਾਂ ਜੇਕਰ ਹੁਣ ਕਈ ਕੈਂਡੀਡੇਟ ਕਹਿ ਰਹੇ ਆ ਕਿ ਸਾਡੇ ਪਹਿਲਾਂ ਹੀ ਇੱਧਰ ਸ਼ੋਅ ਹੋ ਰਹੇ ਨੇ, ਕਰਨ ਤੋਂ ਪਹਿਲਾਂ ਤੁਸੀਂ ਕੀ ਕਰਨਾ ਵਾ, ਤੁਸੀਂ ਇਹਨੂੰ ਕਲਿੱਕ ਕਰਨਾ, ਇੱਥੋਂ ਕਰੋ ਦੁਬਾਰਾ, ਫਿਰ ਪਹਿਲਾਂ ਇੱਧਰਲੀ ਸਾਈਡ ਮੂਵ ਕਰ ਲਓ, ਲੈਫਟ ਸਾਈਡ ਮੂਵ ਕਰਕੇ, ਉਸ ਤੋਂ ਬਾਅਦ ਦੁਬਾਰਾ ਫਿਰ ਤੁਸੀਂ ਉਹਨੂੰ ਆਪਦੇ ਅਕੋਰਡਿੰਗ ਤੁਸੀਂ ਆਪਦੇ ਪ੍ਰੈਫਰੈਂਸ ਸੈੱਟ ਕਰ ਸਕਦੇ ਹੋ, ਠੀਕ ਆ। ਉਸ ਤੋਂ ਬਾਅਦ ਸੇਵ ਪ੍ਰੈਫਰੈਂਸ ਜ਼ਰੂਰ ਕਰਨਾ, ਠੀਕ ਆ, ਥੱਲੇ। ਤਾਂ ਸੇਵ ਪ੍ਰੈਫਰੈਂਸ ਆ। ਹੁਣ ਉਸ ਤੋਂ ਬਾਅਦ ਇਸ ਤਰ੍ਹਾਂ ਆ ਜਾਊਗਾ, ਜਦੋਂ ਤੁਸੀਂ ਸਾਰੀ ਸੇਵ ਕਰ ਦੋਗੇ ਨਾ, ਆਹ ਦੇਖ ਲਓ ਆਹ ਪ੍ਰੈਫਰੈਂਸ ਆ ਜੂਗੀ। ਇਸ ਤੋਂ ਬਾਅਦ ਤੁਸੀਂ ਇਹਦਾ ਪ੍ਰਿੰਟ ਵੀ ਲੈ ਸਕਦੇ ਹੋ, ਪ੍ਰਿੰਟ ਲੈ ਕੇ ਰੱਖ ਲਿਓਗੇ। ਹਾਂਜੀ, ਇਹ ਅਸੀਂ ਇੰਨੀ ਤਰੀਕ ਨੂੰ ਅਸੀਂ ਇਸ ਤਰ੍ਹਾਂ ਦੇ ਨਾਲ, ਆਹ ਦੇਖੋ ਪ੍ਰੈਫਰੈਂਸ ਆਈ ਹੋਈ ਹੈ ਨਾ, 1 2, ਆਹ ਦੇਖੋ ਜੀ, ਨਾਲ ਇਹਦੀ ਐਂਟਰੀ ਡੇਟ ਵੀ ਤੁਹਾਡੀ ਲਿਖੀ ਹੋਈ ਆਏਗੀ, 8 ਤਰੀਕ ਨੂੰ ਕੀਤਾ, 12 ਨੂੰ ਕੀਤਾ ਸੀ, 13 ਨੂੰ, 14 ਨੂੰ, ਕਿੰਨੇ ਵਜੇ ਕੀਤੇ ਸੀ ਪ੍ਰੈਫਰੈਂਸ ਸੈੱਟ, ਸਾਰਾ ਕੁਝ ਤੁਹਾਡਾ ਇਹਦੇ ਵਿੱਚ ਕਲੀਅਰ ਹੋ ਜਾਏਗਾ, ਠੀਕ ਆ ਜੀ ਤੁਹਾਡਾ। ਹੁਣ ਤੁਹਾਡੇ ਨਾ 2 ਹੋਰ ਸਵਾਲ ਆ ਰਹੇ ਨੇ, ਜਿਹੜੇ ਇੱਕ ਸਵਾਲ ਤੁਹਾਡਾ ਆ ਰਿਹਾ ਸੀ ਜੀ ਬਾਰ-ਬਾਰ ਕਿ ਇਹਦੇ ਵਿੱਚ ਕੋਈ ਵੀ ਕੈਂਡੀਡੇਟ ਜਿਹੜਾ ਵਾ ਲੌਗਇਨ ਕਰ ਸਕਦਾ। ਦੇਖੋ ਜੀ, ਪਹਿਲੀ ਗੱਲ ਤਾਂ ਕੋਈ ਵੀ ਇਹ ਚੀਜ਼ ਦਾ ਪੰਗਾ ਨਾ ਲਿਓ। ਮੈਂ ਤੁਹਾਨੂੰ ਪਹਿਲਾਂ ਬਾਰ-ਬਾਰ ਮੈਂ ਤੁਹਾਨੂੰ ਵਾਰਨ ਕਰ ਰਿਹਾ, ਕੋਈ ਵੀ ਕੈਂਡੀਡੇਟ ਕਿਸੇ ਹੋਰ ਕੈਂਡੀਡੇਟ ਦੀ ਉਹਦੀ ਆਈਡੀ ਓਪਨ ਕਰਕੇ ਬਿਲਕੁਲ ਵੀ ਉਹ ਨਹੀਂ ਦੇਖੇਗਾ, ਕਿ ਦੇਖਣ ਦੀ ਕੋਸ਼ਿਸ਼ ਵੀ ਨਹੀਂ ਕਰੇਗਾ ਕਿ ਇਹਨੇ ਕਿਹੜਾ ਡਿਪਾਰਟਮੈਂਟ ਭਰਿਆ। ਚੇਂਜ ਕਰਨਾ ਤਾਂ ਬਹੁਤ ਦੂਰ ਦੀ ਗੱਲ, ਮੈਂ ਤੁਹਾਨੂੰ ਕਹਿੰਦਾ ਚੇਂਜ ਤੁਸੀਂ ਦੇਖਣਾ ਵੀ ਨਹੀਂਗਾ ਉਹ ਖੋਲ ਕੇ ਕਿਸੇ ਦਾ ਵੀ, ਕਿਉਂਕਿ ਨਾ ਇਹਦੇ ਵਿੱਚ ਆ ਦੇਖੋ ਜੀ, ਐਂਟਰੀ ਡੇਟ ਵਿਦ ਟਾਈਮ ਦਿੱਤਾ ਹੋਇਆ। ਇਹ ਇੱਕ ਸਾਈਬਰ ਕ੍ਰਾਈਮ ਦੇ ਅੰਡਰ ਆਉਂਦਾ ਵਾ। ਜੇਕਰ ਤੁਸੀਂ ਇਹਦੇ ਵਿੱਚ ਕੋਈ ਵੀ ਕਿਸੇ ਦਾ ਵੀ ਯੂਜ਼ਰ ਨੇਮ ਜਾਂ ਪਾਸਵਰਡ ਭਰਦੇ ਹੋ, ਲੌਗਇਨ ਵੀ ਕਰਦੇ ਹੋ ਜੇਕਰ ਤੁਸੀਂ, ਤਾਂ ਇਹ ਵੀ ਸਾਈਬਰ ਕ੍ਰਾਈਮ ਦੇ ਵਿੱਚ ਆਉਂਦਾ ਵਾ। ਤਾਂ ਤੁਹਾਡਾ 2 ਮਿੰਟ ਦੇ ਵਿੱਚ ਤੁਹਾਡਾ IP ਐਡਰੈਸ ਟਰੇਸ ਹੋ ਕੇ ਤੁਹਾਨੂੰ ਫੜਿਆ ਜਾ ਸਕਦਾ ਵਾ, ਠੀਕ ਹੈ ਜੀ। ਸੋ ਇਹ ਸੌਫਟਵੇਅਰ ਇਸ ਤਰ੍ਹਾਂ ਨਹੀਂ ਹੁੰਦਾ, ਨੈਟ ਦੇ ਥਰੂ ਤੁਸੀਂ ਜਿਹੜੀ ਵੀ ਕਾਰਵਾਈ ਕੋਈ ਵੀ ਕਰਦੇ ਹੋ ਤਾਂ ਕੱਲ ਨੂੰ ਤੁਸੀਂ ਫੜੇ ਜਾ ਸਕਦੇ ਹੋ, ਤਾਂ ਤੁਹਾਡਾ ਸਾਰਾ ਫਿਊਚਰ ਸਪਾਇਲ ਹੋ ਸਕਦਾ। ਦੇਖ ਲਓ ਤੁਸੀਂ ਕਿੰਨੀ ਮਿਹਨਤ ਕਰਕੇ ਤੁਸੀਂ ਆਏ ਹੋ, ਤਾਂ ਜਿਹੜੀ ਕਿਸਮਤ ਹੁੰਦੀ ਆ ਥੋੜਾ ਜਿਹਾ ਮਤਲਬ ਕਿ ਆਪਦੇ ਆਪ ਨੂੰ, ਮਾਈਂਡ ਨੂੰ ਸਹੀ ਰੱਖਿਓ। ਕੋਈ ਜ਼ਿਆਦਾ ਚੁਸਤ ਚਲਾਕੀ ਜਾਂ ਸ਼ਰਾਰਤ ਕਰਨ ਦੀ ਜ਼ਰੂਰਤ ਨਹੀਂ ਕਿਸੇ ਨਾਲ ਵੀ, ਕਿ ਹਾਂ ਮੈਂ ਆਪਦੇ ਉੱਪਰ ਵਾਲੇ 2 ਕੈਂਡੀਡੇਟ ਦਾ ਦੇਖ ਲਾਂਗੇ, ਹਾਂ ਦੇਖੀਏ ਇਹਨੇ ਕਿਹੜਾ ਡਿਪਾਰਟਮੈਂਟ ਭਰਿਆ ਹੋਇਆ ਵਾ, ਠੀਕ ਆ। ਅੱਜ ਤੁਸੀਂ ਇਹ ਪੰਗਾ ਲਓਗੇ, ਕੱਲ ਨੂੰ ਤੁਹਾਨੂੰ ਇਹ ਜੌਬ ਵੀ ਨਹੀਂ ਮਿਲਣੀ, ਤੇ ਅੱਗੇ ਉਲਟਾ ਤੁਹਾਡੇ ਉੱਤੇ ਜਿਹੜੀ ਆਪਣਾ ਕਾਨੂੰਨੀ ਕਾਰਵਾਈ ਹੋਏਗੀ ਉਹ ਅਲੱਗ ਤੋਂ ਹੋਏਗੀ।
ਤਾਂ ਇਹੋ ਜਿਹਾ ਬਿਲਕੁਲ ਵੀ ਪੰਗਾ ਕਿਸੇ ਨੇ ਵੀ ਨਹੀਂ ਲੈਣਾ। ਤੁਹਾਡਾ ਯੂਜ਼ਰ ਨੇਮ ਤੁਹਾਡਾ ਵਾ, ਤੁਹਾਡਾ ਪਾਸਵਰਡ ਤੁਹਾਡਾ ਵਾ, ਤੁਸੀਂ ਆਪਦਾ ਯੂਜ਼ਰ ਨੇਮ ਖੋਲ੍ਹਣਾ ਵਾ, ਠੀਕ ਹੈ ਜੀ, ਆਪਣਾ ਲੌਗਇਨ ਕਰਨਾ, ਆਪਦੀ ਪ੍ਰੈਫਰੈਂਸ ਭਰੋ, ਲੌਗ ਆਊਟ ਮਾਰ ਦਿਓ, ਪ੍ਰਿੰਟ ਆਊਟ ਲਓ, ਲੌਗ ਆਊਟ ਮਾਰ ਦਿਓ। ਕਿਸੇ ਹੋਰ ਦੀ ਪ੍ਰੈਫਰੈਂਸ ਮੈਂ ਬਾਰ-ਬਾਰ ਕਹਿ ਰਿਹਾ ਬਿਲਕੁਲ ਵੀ ਨਹੀਂ ਭਰਨੀ ਗੀ, ਠੀਕ ਆ। ਕੱਲ੍ਹ ਨੂੰ ਤੁਸੀਂ ਇਹ ਚੀਜ਼ ਦੇ ਮਾਮਲੇ 'ਚ ਮੈਂ ਬਾਰ-ਬਾਰ ਕਹਿ ਰਿਹਾ ਕੱਲ੍ਹ ਨੂੰ ਕੋਈ ਵੀ ਇਸ਼ੂ ਹੋਇਆ ਤਾਂ ਸਭ ਤੋਂ ਪਹਿਲਾਂ ਤੁਸੀਂ ਫਸਣਾ ਵਾ। ਇਹੋ ਜਿਹਾ ਕੋਈ ਵੀ ਕੰਮ ਨਹੀਂ ਕਰਨਾ, ਕਿਉਂਕਿ 1 ਮਿੰਟ ਦੇ ਵਿੱਚ ਤੁਹਾਡਾ IP ਐਡਰੈਸ ਟਰੇਸ ਹੋ ਕੇ ਪਤਾ ਲੱਗ ਜਾਂਦਾ ਕਿ ਇਹ ਵਾਲੇ ਕੈਂਡੀਡੇਟ ਨੇ ਇਹ ਵਾਲੀ ਲੋਕੇਸ਼ਨ ਤੋਂ, ਇਹ ਵਾਲੇ IP ਐਡਰੈਸ ਤੋਂ ਤੁਹਾਡਾ ਇਹ ਸਾਰਾ ਕੁਝ ਹੋਇਆ ਵਾ, ਠੀਕ ਆ। ਇਹ ਬਿਲਕੁਲ ਨਹੀਂ ਕਰਨਾ ਗਾ। ਹੁਣ ਇੱਕ ਲਾਸਟ ਸਵਾਲ ਜਿਹੜਾ ਆ ਰਿਹਾ ਸੀ, ਠੀਕ ਆ ਜੀ, ਵੀਡੀਓ ਥੋੜੀ ਲੰਬੀ ਹੋ ਗਈ, ਸੋ ਜ਼ਿਆਦਾ ਸਵਾਲ ਆ ਰਹੇ ਸੀ, ਸੋ ਮੈਂ ਕੋਸ਼ਿਸ਼ ਕਰ ਰਿਹਾ ਕਿ ਇੱਕ ਵੀਡੀਓ 'ਚ ਹੀ ਆਪਾਂ ਕਵਰ ਕਰ ਦਈਏ। ਹੁਣ ਦੇਖੋ, ਤੁਹਾਨੂੰ ਬਾਰ-ਬਾਰ ਇੱਕ ਆ ਰਿਹਾ, ਕੁਝ ਕੈਂਡੀਡੇਟ ਕਹਿ ਰਹੇ ਨੇ ਕਿ ਸਾਨੂੰ ਡਿਪਾਰਟਮੈਂਟ ਨਹੀਂ ਸ਼ੋਅ ਹੋ ਰਹੇ। ਕੁਝ ਡਿਪਾਰਟਮੈਂਟ ਜਿੱਦਾਂ ਕਿ ਕਿਸੇ ਕੈਂਡੀਡੇਟ ਨੂੰ ਮੱਛੀ ਵਿਭਾਗ ਨਹੀਂ ਸ਼ੋਅ ਹੋ ਰਿਹਾ, ਕੁਝ ਕੈਟਾਗਰੀਆਂ ਨੂੰ ਇੰਡਸਟਰੀ ਕਮਰਸ ਨਹੀਂ ਸ਼ੋਅ ਹੋ ਰਿਹਾ। ਇਹ ਨਾ ਥੋੜ੍ਹਾ ਜਿਹਾ ਇਸ਼ੂ ਹੋ ਸਕਦਾ ਕਿ ਹੋਵੇ ਕੋਈ ਸਾਈਡ ਦੇ ਵਿੱਚ। ਤੁਸੀਂ ਇੱਕ ਵਾਰੀ PC ਦੇ ਉੱਤੇ ਓਪਨ ਕਰਕੇ ਦੇਖ ਲਓ। ਜੇਕਰ ਤੁਹਾਡਾ ਮੋਬਾਈਲ ਦੇ ਉੱਤੇ ਨਹੀਂ ਹੋ ਰਿਹਾ ਓਪਨ ਤਾਂ PC ਤੇ ਕਰਕੇ ਦੇਖ ਲਓ। ਜੇਕਰ ਫਿਰ ਵੀ ਤੁਹਾਨੂੰ ਦਿੱਕਤ ਆ ਰਹੀ ਆ, ਠੀਕ ਆ। ਕੁਝ ਕੈਂਡੀਡੇਟ ਦੇ ਮੈਸੇਜ ਆ ਰਹੇ ਨੇ ਮੈਨੂੰ ਕਿ ਦਿੱਕਤ ਆ ਰਹੀ ਆ, ਪਰੇਸ਼ਾਨੀ ਆ ਰਹੀ ਆ। ਕੁਝ ਡਿਪਾਰਟਮੈਂਟ ਕੁਝ ਕੈਟਾਗਰੀ ਨਾਲ ਸ਼ੋਅ ਨਹੀਂ ਹੋ ਰਿਹਾ। ਜਿੱਦਾਂ ਕਿ ਇੱਕ BC ਕੈਟਾਗਰੀ ਦੇ ਕੈਂਡੀਡੇਟ ਦਾ ਮੈਸੇਜ ਆਇਆ ਸੀ, ਉਹ ਕਹਿੰਦੇ ਜੀ ਸਾਨੂੰ ਉਹ ਡਿਪਾਰਟਮੈਂਟ ਨਹੀਂ ਸ਼ੋਅ ਹੋ ਰਹੇ। ਇਹ 'ਚ ਦੋ ਚੀਜ਼ਾਂ ਨੇ ਜੀ। ਇੱਕ ਤਾਂ ਨੰਬਰ 1 ਦੇ ਉੱਤੇ ਤੁਸੀਂ ਆਪਦੀ ਉਹ ਲਿਸਟ ਚੈੱਕ ਕਰਨੀ ਆ, ਜਿਹੜੀ ਲਿਸਟ ਵਾ ਨਾ, ਜਿਹੜੀ ਲਾਸਟ ਦੇ ਉੱਤੇ ਲਿਸਟ ਆਈ ਸੀਗੀ, ਜਿਹੜੀ ਮਤਲਬ ਸੋਧ ਹੋ ਕੇ ਆਈ ਸੀ ਡਿਪਾਰਟਮੈਂਟਾਂ ਦੇ 65 ਡਿਪਾਰਟਮੈਂਟ ਜੀ ਦੇ ਵਿੱਚ ਆ। ਉਹਦੇ ਵਿੱਚ ਤੁਸੀਂ ਆਪਦੀ ਕੈਟਾਗਰੀ ਦੇ ਬਰਾਬਰ ਦੇਖੋ ਤੁਹਾਡੀ ਪੋਸਟ ਹੈਗੀ ਆ। ਜੇਕਰ ਤੁਹਾਡੀ ਪੋਸਟ ਹੋਣ ਦੇ ਬਾਵਜੂਦ ਵੀ ਉਹ ਪੋਸਟ ਸ਼ੋਅ ਨਹੀਂ ਹੋ ਰਹੀ ਹੈ ਨਾ, ਤਾਂ ਫਿਰ ਕੋਈ ਇਸ਼ੂ ਵਾਲੀ ਗੱਲ ਆ, ਠੀਕ ਆ। ਫਿਰ ਤੁਸੀਂ ਕੀ ਕਰਨਾ, PSSB ਦੀ ਜਿਹੜੀ ਹੈਲਪਲਾਈਨ ਆ ਉਹਨਾਂ ਦੇ ਕਾਲ ਕਰਕੇ ਤੇ ਇੱਕ ਉਹਨਾਂ ਨੂੰ ਮੇਲ ਕਰਕੇ ਤੁਸੀਂ ਉਹਨਾਂ ਨੂੰ ਥੋੜੀ ਜਿਹੀ ਜਾਣਕਾਰੀ ਦਿਓ ਕਿ ਹਾਂਜੀ ਇਹ ਵਾਲਾ ਡਿਪਾਰਟਮੈਂਟ। ਮੰਨ ਲਓ ਕਿਸੇ ਕੈਂਡੀਡੇਟ ਨੇ ਅੱਜ DC ਆਫਿਸ ਭਰਨਾ ਹੋਵੇ ਆਪਦਾ, ਹੈ ਨਾ, DC ਆਫਿਸ ਬਠਿੰਡਾ ਭਰਨਾ ਹੋਵੇ ਜਾਂ ਪਟਿਆਲਾ ਭਰਨਾ ਹੋਵੇ, ਤੇ ਉਹਨੂੰ ਉਹ ਡਿਪਾਰਟਮੈਂਟ ਹੀ ਨਾ ਸ਼ੋਅ ਹੁੰਦਾ ਹੋਵੇ। ਪਰ ਇਹ ਚੀਜ਼ ਜ਼ਰੂਰ ਦੇਖ ਲਿਓ ਕਿ ਕਿਹੜੇ ਡਿਪਾਰਟਮੈਂਟ, ਪਹਿਲਾਂ ਨੋਟ ਕਰ ਲਿਓ ਉਹਨਾਂ ਨੂੰ ਕਾਲ ਕਰਨ ਤੋਂ ਪਹਿਲਾਂ ਕਿ ਆਹ 3 ਡਿਪਾਰਟਮੈਂਟ, ਮੰਨ ਲਓ ਕੋਈ ਵੀ 3 ਡਿਪਾਰਟਮੈਂਟ ਤੁਹਾਡੇ ਨਹੀਂ ਸ਼ੋਅ ਹੋ ਰਹੇ, ਉਹ ਨੋਟ ਕਰਕੇ ਉਹਨਾਂ ਨੂੰ ਜਿਹੜੀ ਜਾਣਕਾਰੀ ਤੁਸੀਂ ਦੇਣੀ ਆ, ਉਹਨਾਂ ਦੇ ਹੈਲਪਲਾਈਨ ਨੰਬਰ ਦਿੱਤੇ ਹੋਏ ਨੇ। ਹੈਲਪਲਾਈਨ ਨੰਬਰ ਦੇ ਉੱਤੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਵਾ, ਤੁਸੀਂ ਕਹਿਣਾ ਵਾ ਜੀ ਆਹ ਵਾਲੇ ਡਿਪਾਰਟਮੈਂਟ ਨੇ, ਮੇਰੀ ਕੈਟਾਗਰੀ ਦੀਆਂ 4 ਪੋਸਟਾਂ ਨੇ, ਠੀਕ ਹੈ ਜੀ, ਮੇਰਾ ਟਾਈਪਿੰਗ ਟੈਸਟ ਕੁਆਲੀਫਾਈ ਆ, ਸਾਰਾ ਕੁਝ ਓਕੇ ਆ, ਪਰ ਮੈਨੂੰ ਇਹ ਡਿਪਾਰਟਮੈਂਟ ਮੇਰੀ ਪ੍ਰੈਫਰੈਂਸ ਦੇ ਵਿੱਚ ਸ਼ੋਅ ਨਹੀਂ ਹੋ ਰਿਹਾ। ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਤੁਹਾਡੀ ਕੈਟਾਗਰੀ ਕਿਹੜੀ ਆ ਤੇ ਉਸ ਡਿਪਾਰਟਮੈਂਟ ਦੀਆਂ ਤੁਹਾਡੇ ਕੈਟਾਗਰੀਆਂ 'ਚ 5 ਪੋਸਟਾਂ ਨੇ ਜਾਂ 6 ਪੋਸਟਾਂ ਨੇ। ਤਾਂ ਉਹਨਾਂ ਨੂੰ ਜੇ ਜਾਣਕਾਰੀ ਦੇਣੀ ਆ ਤਾਂ ਪੂਰੀ ਜਾਣਕਾਰੀ ਦੇਣੀ ਹੈ। ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਫੋਨ ਕਰਕੇ ਉਹਨਾਂ ਨੂੰ ਕਹਿ ਦੋਗੇ ਕਿ ਤੁਹਾਡਾ ਸੌਫਟਵੇਅਰ ਵਧੀਆ ਨਹੀਂ ਬਣਿਆ ਹੋਇਆ ਜਾਂ ਤੁਹਾਡਾ ਸੌਫਟਵੇਅਰ ਦੇ ਵਿੱਚ ਮਤਲਬ ਕੋਈ ਇਸ਼ੂ ਆ ਰਿਹਾ ਵਾ, ਤਾਂ ਇਹ ਚੀਜ਼ ਨਹੀਂ ਕਹਿਣੀ। ਕਿ ਉਹਨਾਂ ਨੂੰ ਕਹਿਣਾ ਮੈਂ ਕਿ ਹਾਂਜੀ ਮੇਰੇ ਡਿਪਾਰਟਮੈਂਟ ਦੇ ਵਿੱਚ ਸੌਫਟਵੇਅਰ ਦੇ ਵਿੱਚ ਕੋਈ ਪ੍ਰੋਬਲਮ ਆ। ਇਹ ਚੀਜ਼ ਦੱਸਣੀ ਆ ਕਿ ਮੇਰੀ ਕੈਟਾਗਰੀ ਦੇ ਵਿੱਚ ਇਹ DC ਆਫਿਸ ਬਠਿੰਡਾ ਦੇ ਵਿੱਚ 5 ਪੋਸਟਾਂ ਸੀ, ਪਰ ਮੇਰੀ ਜਿਹੜੀ ਪ੍ਰੈਫਰੈਂਸ ਜਦੋਂ ਮੈਂ ਸੈੱਟ ਕਰਨ ਜਾਂਦਾ ਵਾ ਤਾਂ ਉਹ ਮਿਸਿੰਗ ਆ, ਠੀਕ ਆ। ਸੀਰੀਅਲ ਆਰਡਰ ਦੇ ਵਿੱਚ ਜਾਂ ਕਿਤੇ ਵੀ ਉਹ ਵਾਲਾ ਜਿਹੜਾ ਡਿਪਾਰਟਮੈਂਟ ਆ ਉਹ ਹੈ ਨਹੀਂ ਗਾ, ਠੀਕ ਹੈ। ਤੁਸੀਂ ਉਹਨਾਂ ਨੂੰ ਇਤਲਾਹ ਕਰ ਸਕਦੇ ਹੋ। ਤਾਂ ਜ਼ਰੂਰ ਬਹੁਤ ਵਧੀਆ ਬੋਰਡ ਕੰਮ ਕਰ ਰਿਹਾ, ਆਪਾਂ ਦੇਖ ਰਹੇ ਹਾਂ ਬਹੁਤ ਸਪੀਡ ਨਾਲ ਕੰਮ ਕਰ ਰਹੇ ਹਾਂ ਤੇ ਸੁਣ ਰਹੇ ਨੇ ਗੱਲ, ਫੋਨ ਚੱਕਦੇ ਨੇ ਉਹ, ਠੀਕ ਆ। ਕਈ ਵਾਰ ਜ਼ਿਆਦਾ ਕਾਲ ਜਦੋਂ ਤੱਕ ਕਰਦੇ ਨੇ ਫਿਰ ਜ਼ਰੂਰ ਇਸ਼ੂ ਹੁੰਦਾ, ਅਦਰਵਾਈਜ਼ ਫੋਨ ਚੱਕਦੇ ਨੇ। ਬਹੁਤ ਵਧੀਆ ਕੰਮ ਕਰ ਰਹੇ ਨੇ ਬੋਰਡ, ਬਹੁਤ ਸਪੀਡ ਨਾਲ ਕੰਮ ਕਰ ਰਹੇ ਨੇ। ਇਸ ਤੋਂ ਪਹਿਲਾਂ ਕਦੇ ਵੀ ਕਿਸੇ ਭਰਤੀ 'ਚ ਇੰਨੀ ਸਪੀਡੀ ਕੰਮ ਨਹੀਂ ਹੋਇਆ ਜਿੰਨਾ ਇਸ ਵਾਰ ਹੋਇਆ ਵਾ, ਠੀਕ ਹੈ ਜੀ। ਸੋ ਤੁਸੀਂ ਜਾਣਾ ਵਾ ਆਪਦਾ ਠੀਕ ਹੈ ਜੀ, ਰੱਬ ਦਾ ਨਾਮ ਲੈ ਕੇ ਆਪਦਾ ਫਿਲ ਕਰੋ। ਜਿਹਨੂੰ ਆ ਦਿੱਕਤ ਆ ਰਹੀ ਹੈ ਉਹ ਕਾਲ ਕਰਕੇ ਉਹਨਾਂ ਨਾਲ ਗੱਲ ਕਰੋ, ਠੀਕ ਹੈ ਜੀ। ਬਾਕੀ ਧੰਨਵਾਦ ਜੀ। ਮਿਲਦੇ ਹਾਂ ਹੁਣ ਆਪਾਂ ਆਪਣੀ ਅਗਲੀ ਕਲਾਸ ਜਾਂ ਅਗਲੀ ਅਪਡੇਟ ਦੇ ਵਿੱਚ। ਜੇਕਰ ਤੁਸੀਂ ਅਜੇ ਵੀ ਕੋਈ ਡਾਊਟ ਆ ਤਾਂ ਪਲੀਜ਼ ਕਮੈਂਟ ਬਾਕਸ ਦੇ ਵਿੱਚ ਜਾਂ ਆਪਣੀ ਟੈਲੀਗ੍ਰਾਮ ID ਦੇ ਉੱਤੇ ਮੈਸੇਜ ਕਰ ਦਿਓ। ਆਪਣਾ ਜਦੋਂ ਵੀ ਟਾਈਮ ਲੱਗੇਗਾ ਆਪਾਂ ਦੇਖ ਕੇ ਤੁਹਾਨੂੰ ਰਿਪਲਾਈ ਜ਼ਰੂਰ ਕਰਾਂਗੇ, ਠੀਕ ਹੈ ਜੀ। ਕਈ ਵਾਰ ਲੇਟ ਫੇਟ ਹੋ ਜਾਂਦਾ ਕਿਉਂਕਿ ਨਾ ਕਲਾਸ ਵੀ ਤਿਆਰ ਕਰਨੀ ਹੁੰਦੀ ਆ ਫਿਰ, ਜਿਹਦੇ ਕਰਕੇ ਵੀਡੀਓ ਵਗੈਰਾ ਨੂੰ ਤਾਂ ਇਸੇ ਕਰਕੇ ਮੈਂ ਤੁਹਾਨੂੰ ਵੀਡੀਓ ਬਣਾਤੀ ਹੋਈ ਆ। ਧੰਨਵਾਦ ਜੀ। ਮਿਲਦੇ ਹਾਂ ਹੁਣ ਆਪਾਂ ਆਪਣੀ ਅਗਲੀ ਅਪਡੇਟ 'ਚ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਇੱਕ ਵੀਡੀਓ ਨੂੰ ਸ਼ੇਅਰ ਕਰ ਦਿਓ। ਕਈ ਵਾਰ ਕਿਸੇ ਕੈਂਡੀਡੇਟ ਤੱਕ ਨਹੀਂ ਪਤਾ ਹੁੰਦਾ ਕਿ ਹਾਂਜੀ ਬਿਜ਼ੀ ਹੁੰਦਾ ਵਾ ਕਿ ਹਾਂਜੀ ਕੋਈ ਪ੍ਰੈਫਰੈਂਸ ਓਪਨ ਹੋ ਗਈ ਕਿ ਨਹੀਂ ਹੋ ਗਈ। ਧੰਨਵਾਦ ਜੀ।